ਦੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਪਦ ਹੱਥ ਵਾਹੋ ਕਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਰ, ਵੇਦ ਵਰਸ ਵਰਾਹੋ, ਆਪ ਘੜੋਵੈ ਆਪ ਕਰ, ਆਪੀ ਨ ਆਵਾਹੋ, ਗੁਰਮੁਖ ਸੇਵਾ ਆਏ ਪਵੈ, ਹੁਣ ਮਨ ਤਤ ਕਮਾਹੋ, ਮਸਾਫਤ ਲਹੋ ਮਜ਼ੂਰੀਆਂ, ਮੰਗ ਮੰਗ ਖਸਮ ਦਰਾਹੋ, ਨਾਨਕ ਪੁਰ ਦਰ ਵੇ ਪਰਵਾਰ, ਤਉ ਡਰਿਉ ਨਾ ਨਾਹਿ ਕੋ, ਸੱਚਾ ਵੇ ਪਰਵਾਰ। ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਮੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਿ ਗੋਬਿੰਦ, ਹਰਿ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਵਿੰਦ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਜ, ਬੰਦੋ ਕਰ ਅਨਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ, ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਚਲਤ ਦਿਖਾਇਆ, ਦੇਹ ਧਾਰ ਕੈ ਮੀਤ। ਸਭ ਦੇਖਾ ਸਤਿਗੁਰ ਚਲਤ, ਸਿਮਰੈ ਅਹਨਿਸ ਚੀਤ। ਸਤਿਗੁਰ ਚਲਤ ਦਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
परम सत्कारयोग सतगुਰਾਂ ਦੀ ਸਾਜੀ ਆਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਵਡ ਭਾਗੇ ਹਨ। ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਜਿਸ ਵਿੱਚ ਆਪ ਜੀ ਰੋਜ਼ਾਨਾ ਹੀ ਗੁਰਕਥਾ ਗੁਰਇਤਿਹਾਸ ਸਤਿਗੁਰੂ ਪਾਤਸ਼ਾਹ ਦੇ ਜੀਵਨ ਚਰਿੱਤਰਾਂ ਦੀ ਲੜੀਵਾਰ ਕਥਾ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਉਂਦੇ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਤਾਈਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤ੍ਰਿਜਲਾਲ ਪੰਡਤ ਨੇ ਆਪਣਾ ਰਾਤਰੀ ਦਾ ਸੁਪਨਾ ਸਾਰਾ ਦੱਸਿਆ, ਪਾਤਸ਼ਾਹ ਜੀ ਨੇ ਸਾਰਾ ਵਿਸਥਾਰ ਕਰਕੇ ਉਸ ਸੁਪਨੇ ਦਾ ਗੁਰਸਿੱਖਾਂ ਪ੍ਰਤੀ ਖਾਲਸੇ ਪ੍ਰਤੀ ਸਾਰਾ ਚਾਨਣਾ ਪਾਇਆ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਭਾਈ ਜਿਹੜਾ ਜਪਜੀ ਸਾਹਿਬ ਦਾ ਪਾਠ ਮੂਲ ਮੰਤਰ ਦਾ ਪਾਠ ਨਿਤਾਂ ਪ੍ਰਤੀ ਕਰੇਗਾ ਉਹਦੇ ਤੇ ਵਿਸ਼ੇਸ਼ ਕਰਕੇ ਕਿਰਪਾ ਹੋਏ ਅਤੇ ਇਸ ਭਾਵ ਸਾਗਰ ਤੋਂ ਉਹਦਾ ਪਾਰ ਉਤਾਰਾ ਹੋਏਗਾ। ਇਸ ਤਰ੍ਹਾਂ ਦੱਸਿਆ ਹੋਇਆ ਬਾਬਾ ਰਾਮ ਗੋਇਲ ਜੀ ਕਹਿੰਦੇ ਕਿ ਦੇਖ ਲਓ ਕਿ ਜਪਜੀ ਸਾਹਿਬ ਦਾ ਮੂਲ ਮੰਤਰ ਦਾ ਪਾਠ ਵਿਸ਼ੇਸ਼ ਕਰਕੇ ਅਸੀਂ ਜਦੋਂ ਸਮਾਧੀ ਸਥਿਤ ਹੁੰਦੇ ਹਾਂ ਮੂਲ ਮੰਤਰ ਦਾ ਪਾਠ ਕਰਦੇ। ਇੱਥੋਂ ਤੱਕ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਆਓ ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਜੀ ਜਿਵੇਂ ਅੱਗੇ ਬਖਸ਼ਿਸ਼ ਕਰ ਰਹੇ ਨੇ, ਮਨ ਗਰਮੀਆਂ ਨੂੰ ਕਾਗਰ ਕਰੀਏ, ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਸਾਰੀ ਸੰਗਤ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਚਲਤ ਦਿਖਾਇਆ, ਦੇਹ ਧਾਰ ਕੈ ਮੀਤ। ਬਾਬਾ ਰਾਮ ਗੋਇਲ ਜੀ ਭਾਈ ਸਾਹਿਬ ਸਿੰਘ ਜੀ ਨੂੰ ਕਹਿ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਚਰਿੱਤਰ ਦਿਖਾਇਆ, ਇਹ ਕੌਤਕ ਦਿਖਾਇਆ, ਇਹ ਮਨੁੱਖਾ ਦੇਹ ਨੂੰ ਧਾਰਨ ਕਰਕੇ ਸਭ ਦੇਖਾ ਸਤਿਗੁਰ ਚਲਤ, ਸਿਮਰੈ ਅਹਨਿਸ ਜੀਤ। ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਜਿਹੜਾ ਕੌਤਕ ਹੈ, ਇਹ ਸਾਰਾ ਪ੍ਰਸੰਗ ਜਿਹਨੇ ਵੀ ਸੁਣਿਆ ਤਾਂ ਉਮਰ ਸਾਰੀ ਜ਼ਿੰਦਗੀ ਫਿਰ ਉਹ ਮੂਲ ਮੰਤਰ ਅਤੇ ਜਪਜੀ ਸਾਹਿਬ ਦੇ ਨਾਲ ਜੁੜ ਗਿਆ। ਏਕ ਵਾਰ ਸਤਿਗੁਰ ਕਹਿਓ, ਮੰਤਰ ਜੰਤਰ ਕਲ ਮਾਹੇ। ਇੱਕ ਵਾਰੀ ਦੀ ਗੱਲ ਹੈ, ਇਹ ਕਲਗੀਧਰ ਪਾਤਸ਼ਾਹ ਜੀ ਭਵਿੱਖਤ ਵਾਕ ਸੰਤਾਂ ਦੇ ਤਾਈਂ ਬਖਸ਼ਿਸ਼ ਕਰਦੇ। ਪਾਤਸ਼ਾਹ ਜੀ ਫਰਮਾਉਂਦੇ, ਕਹਿਣ ਲੱਗੇ ਮੰਤਰ ਜੰਤਰ ਕਲ ਮਾਹੇ। ਮੰਤਰ ਤੇ ਜੰਤਰ ਤੇ ਤੰਤਰ, ਮੰਤਰ ਹੁੰਦੇ ਨੇ ਜਿਹੜੇ ਮੁਖ ਤੋਂ ਉਚਾਰਨ ਕੀਤੇ ਜਾਂਦੇ ਨੇ, ਤੇ ਜੰਤਰ ਜਿਹੜੇ ਲਿਖੇ ਜਾਂਦੇ ਨੇ, ਤੇ ਤੰਤਰ ਜਿਹੜੇ ਹੁੰਦੇ ਨੇ ਉਹ ਜਿਹੜੇ ਵੱਖ-ਵੱਖ ਵਿਧੀਆਂ ਕਰਕੇ। ਇਸ ਤਰ੍ਹਾਂ ਇਹ ਤਿੰਨੇ ਜਿਹੜੇ ਨੇ ਮੰਤਰ ਜੰਤਰ ਤੇ ਤੰਤਰ, ਇਹ ਲੋਕ ਨੇ ਜਿਹੜੇ ਕਲਯੁਗ ਦੇ ਲੋਕ ਕਰਹਿਗੇ ਜਗਤ ਮਹਿ, ਮੇਰਾ ਸਿੱਖ ਨ ਜਾਹੇ। ਕਲਯੁਗ ਦੇ ਵਿੱਚ ਇਹੋ ਜਿਹਾ ਸਮਾਂ ਆ ਜਾਵੇਗਾ ਕਿ ਜਿਹੜੇ ਲੋਕ ਨੇ ਉਹ ਇਹਨਾਂ ਦੇ ਪਿੱਛੇ ਲੱਗ ਜਾਣਗੇ, ਜਿਹੜੇ ਕੱਚੇ ਨੇ, ਗੁਰਬਾਣੀ ਦਾ ਆਸਰਾ ਹੀ ਤਿਆਗ ਦੇਣਗੇ ਤੇ ਇਹਨਾਂ ਮੰਤਰਾਂ ਜੰਤਰਾਂ ਦੇ ਨਿੱਕੇ ਨਿੱਕੇ
ਟੋਏ ਨੇ, ਜਿਹੜੇ ਛੱਪੜ ਨੇ, ਛੱਪੜੀਆਂ ਨੇ, ਉਹਨਾਂ ਦੇ ਪਿੱਛੇ ਲੱਗੇ ਫਿਰਨਗੇ। ਜਿਹੜਾ ਸਮੁੰਦਰ ਹੈ ਉਹਨੂੰ ਛੱਡ ਦੇਣਗੇ। ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤਾ ਜਦ ਵੜਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਜਿਹੜਾ ਸਮੁੰਦਰ ਹੈ ਉਹ ਗੁਰੂ ਹੈ। ਨਦੀ ਕੌਣ ਹੈ? ਜਿਹੜਾ ਸਿੱਖ ਹੈ ਉਹ ਨਦੀ। ਜਦੋਂ ਨਦੀ ਆਪਣਾ ਜੀਵਨ ਸ਼ੁਰੂ ਕਰਕੇ ਤੇ ਆਪਣਾ ਜਦੋਂ ਸਮਾਪਤ ਕਰਦੀ ਹੈ, ਉਹ ਜਾ ਕੇ ਸਮੁੰਦਰ ਦੇ ਵਿੱਚ ਲੈ ਹੋ ਜਾਏ। ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣਗੇ। ਜਦੋਂ ਜਾ ਕੇ ਉੱਥੇ ਮਿਲ ਜਾਂਦੀ ਫਿਰ ਪਤਾ ਨਹੀਂ ਲੱਗਦਾ ਕਿ ਆਹ ਗੰਗਾ ਸੀ, ਆਹ ਜਮਨਾ ਸੀ, ਆਹ ਸਤਲੁਜ ਸੀ, ਕਿਹੜੀ ਨਦੀ। ਉਹ ਜਦੋਂ ਵਿੱਚ ਹੀ ਸਮਿਲਿਤ ਹੋ ਗਈ ਉਹ ਸਮੁੰਦਰ ਦੇ ਵਿੱਚ। ਪਰ ਕਹਿੰਦੇ ਕਲਯੁਗ ਦਾ ਜਿਹੜਾ ਸਮਾਂ ਨਾ ਉਹ ਇਹੋ ਜਿਹਾ ਹੋਏਗਾ, ਜੰਤਰ ਮੰਤਰ ਤੰਤਰ ਇਹਨਾਂ ਦੇ ਪਿੱਛੇ ਜਿਹੜੇ ਲੋਕ ਨੇ ਲੱਗ ਜਾਣਗੇ, ਗੁਰਬਾਣੀ ਨਹੀਂ ਪੜ੍ਹਨਗੇ। ਪਰ ਜਿਹੜਾ ਮੇਰਾ ਸਿੱਖ ਹੋਏਗਾ ਨਾ ਉਹ ਇਹਨਾਂ ਦੀ ਮੰਨੇਗਾ ਨਹੀਂ। ਜੰਤਰਾਂ ਮੰਤਰਾਂ ਦੀ ਵੀ ਬੜੇ ਕਹਿਣਗੇ ਵੀ ਇਸ ਤਰ੍ਹਾਂ ਹੁੰਦਾ ਹੈ, ਤੁਸੀਂ ਮੱਥਾ ਟੇਕ ਲਓ ਬਚ ਜਾਓਗੇ, ਐਂ ਹੋਏਗਾ। ਸਿੱਖ ਹੈਗਾ ਗੁਰੂ ਦਾ ਭਾਣਾ ਹੈ। ਕਈ ਵਾਰੀ ਕੀ ਹੁੰਦਾ ਅਸੀਂ ਦੇਖਦੇ ਹਾਂ, ਕਈ ਵਾਰੀ ਕੋਈ ਘਟਨਾ ਘਟ ਜਾਂਦੀ ਜੀਵਨ ਦੇ ਵਿੱਚ ਜੋ ਕਿ ਸਾਡੇ ਨਾਲ ਜਿਵੇਂ ਹੋਣਾ ਉਵੇਂ ਹੋਣਾ ਹੀ। ਕੋਈ ਦੁੱਖ ਆ ਗਿਆ, ਬਿਮਾਰੀ ਆ ਗਈ ਜਾਂ ਹੋਰ ਕੋਈ ਮੁਸੀਬਤ ਬਣ ਗਈ, ਜਿਹੜੇ ਕੱਚੇ ਨੇ ਉਸੇ ਵੇਲੇ ਡੋਲ ਜਾਂਦੇ ਨੇ। ਕਿਸੇ ਪੰਡਤ ਕੋਲ, ਪਾਂਧੇ ਕੋਲ ਜਾਂ ਕਿਸੇ ਮੌਲਵੀ ਕੋਲ ਤੁਰ ਪੈਂਦੇ ਨੇ ਕਿ ਉਹ ਪਾ ਘਰ ਆ ਰਹੀ ਹੈ ਆਪਣਾ। ਪਰ ਜਿਹੜਾ ਸੱਚਾ ਸਿੱਖ ਆ ਉਹ ਕਹਿੰਦਾ ਕਿ ਮੇਰਾ ਸਾਰਾ ਕੁਝ ਦੁੱਖ ਸੁੱਖ ਤੁਧ ਹੀ ਪਾਸ। ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਹੀ। ਜੇ ਤੂੰ ਮੈਨੂੰ ਰਾਜ ਦੇ ਦੇਂਗਾ ਤਾਂ ਵੀ ਤੇਰਾ ਇਹ ਮੈਨੂੰ ਵਡਿਆਈ ਹੈ। ਜੇ ਤੂੰ ਭੀਖ ਮੰਗਾ ਦੇਂਗਾ ਤੇ ਮੇਰਾ ਕੁਝ ਘਟਣ ਵਾਲਾ ਨਹੀਂ। ਇਹ ਭਾਣੇ ਦੇ ਵਿੱਚ ਆਏ ਹੋਏ ਸਿੱਖ ਦੀ ਨਿਸ਼ਾਨੀ, ਜਿਹੜਾ ਭਾਣੇ ਦੇ ਵਿੱਚ ਆ ਗਿਆ, ਜਿਹਦੇ ਤੇ ਕਿਰਪਾ ਹੋ ਗਈ। ਸੱਚੇ ਪਾਤਸ਼ਾਹ ਤੁਸੀਂ ਬਖਸ਼ਿਸ਼ ਕਰੋ ਕਿ ਐਸੇ ਕਰੜੇ ਪਰਚੇ ਤਾਂ ਨਾ ਆਉਣ ਜ਼ਿੰਦਗੀ ਦੇ ਵਿੱਚ। ਪਰ ਜੇ ਕਿਤੇ ਮੈਨੂੰ ਪਰਚਾ ਪੈ ਵੀ ਜਾਵੇ ਤਾਂ ਉਸ ਪਰਚੇ ਦੇ ਵਿੱਚੋਂ ਤੁਸੀਂ ਕਿਰਪਾ ਕਰਕੇ ਮੈਨੂੰ ਬਾਹਰ ਕੱਢ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿ ਗੁਰਸਿੱਖੋ ਜੰਤਰ ਮੰਤਰ ਸਾਰੇ ਇਹਨਾਂ ਚੀਜ਼ਾਂ ਦੇ ਵਿੱਚ ਹੀ ਦੁਨੀਆ ਪਰਚ ਜਾਏਗੀ। ਆਪਣੇ ਕੰਮਾਂ ਦੇ ਤੱਕ ਹੀ ਸੀਮਿਤ ਹੋ ਜਾਣਗੇ। ਸੰਸਾਰੀ ਕੰਮਾਂ ਨੂੰ ਕਰਵਾਉਣ ਵਾਸਤੇ ਉਹਨਾਂ ਦੇ ਚੇਲੇ ਬਣ ਜਾਣਗੇ। ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਨਗੇ ਪੂਰੇ ਸਤਿਗੁਰੂ ਦਾ ਆਸਰਾ ਛੱਡ ਕੇ। ਏਕ ਸਮੈ ਮੰਤਰੀ ਬਹੁਤ ਘਰ ਘਰ ਬਾਜਹਿ ਬਾਜ। ਇਸੇ ਤਰ੍ਹਾਂ ਹੀ ਬਹੁਤ ਸਾਰੇ ਜਿਹੜੇ ਮੰਤਰੀ ਹੋਣਗੇ, ਮੰਤਰੀ ਤੋਂ ਭਾਵ ਜਿਹੜੇ ਮੰਤਰ ਦੇਣ ਵਾਲੇ, ਤੇ ਮੰਤਰ ਦੇਣ ਵਾਲੇ ਵੀ ਬਹੁਤੇ ਹੋਣਗੇ ਤੇ ਮੰਤਰਾਂ ਨੂੰ ਲੈਣ ਵਾਲੇ ਵੀ ਘਰੇ ਘਰੇ ਤੋਰਾ ਤੁਰ ਪੈਗਾ। ਆਵਾਜ਼ਾਂ ਵੱਜੇਗਾ ਉਹਨਾਂ ਦਾ ਕਿ ਭਾਈ ਉਹ ਬੜਾ ਸਿਆਣਾ ਜੇ ਉਹਦਾ ਕੀਤਾ ਸਾਰਾ ਕੋਈ ਕੰਮ ਹੋ ਜਾਂਦਾ। ਆਉਂਦੀਆਂ ਨਹੀਂ ਐਡਾਂ ਬੜੀਆਂ ਆਉਂਦੀਆਂ, ਬੜੀਆਂ ਮਸ਼ਹੂਰੀਆਂ ਆਉਂਦੀਆਂ ਕਿ ਮੈਂ 24 ਘੰਟਿਆਂ ਦੇ ਵਿੱਚ ਆਹ ਕਰ ਦਿਆਂਗਾ, ਉਹ ਕਰ ਦਿਆਂਗਾ। ਉਹ ਗੁਰਮੁਖੋ ਇਹ ਸਾਡਾ ਕਿਉਂਕਿ ਅੰਦਰੋਂ ਕੱਚੇ ਨਿਸ਼ਚਾ ਨਹੀਂ ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸੀਂ ਡੋਲ ਜਾਂਦੇ। ਜਦੋਂ ਵਿੱਚੋਂ ਕਹਿੰਦੇ ਉਹਨੂੰ ਜਾ ਕੇ ਵੇਖਿਆ ਜਾਂਦਾ ਤੇ ਫਰੋਲ ਕੇ ਵੇਖਿਆ ਜਾਂਦਾ, ਵਿੱਚੋਂ ਕੁਝ ਵੀ ਨਹੀਂ ਨਿਕਲਦਾ। ਤੋ ਜਿਹੜਾ ਬਾਣੀ ਦੇ ਨਾਲ ਨਹੀਂ ਨਾ ਜੁੜਿਆ, ਜਿਹੜਾ ਨਾਮ ਦੇ ਨਾਲ ਨਹੀਂ ਜੁੜਿਆ, ਉਹਦਾ ਜਿਹੜਾ ਹਿਰਦਾ ਹੈ ਇੱਕ ਤੇ ਕਠੋਰ ਹੁੰਦਾ ਹੈ ਤੇ ਇੱਕ ਬਹੁਤ ਪਲੀਤ ਹੁੰਦਾ ਹੈ। ਇਸ ਕਰਕੇ ਸੰਸਾਰੀ ਕੰਮਾਂ ਵਾਸਤੇ ਕਦੇ ਕਿਸੇ ਪਿੱਛੇ ਕਦੇ ਕਿਸੇ ਪਿੱਛੇ। ਸੋ ਬਹੁਤੇ ਮੰਤਰੀ ਹੋਣਗੇ, ਮੰਤਰਾਂ ਨੂੰ ਦੇਣ ਵਾਲੇ ਵੀ ਹੋਣਗੇ, ਬੜੇ ਗੁਰੂ ਵੀ ਬੜੇ ਬਣੇ ਬੈਠੇ ਹੋਣਗੇ ਕਲਯੁਗ ਦੇ ਵਿੱਚ। ਪਾਤਸ਼ਾਹ ਜੀ ਕਹਿੰਦੇ ਤੇ ਮੰਤਰਾਂ ਨੂੰ ਜਿਹੜੇ ਲੈਣ ਵਾਲੇ ਨੇ, ਇਹ ਧਾਗੇ ਤਵੀਤ ਦੇ ਸਾਰੇ ਲੈਣ ਵਾਲੇ ਵੀ ਕਹਿੰਦੇ ਘਰ ਘਰ ਬੈਠੇ ਹੋਣਗੇ। ਉਹ ਕੰਨ ਦੇ ਵਿੱਚ ਫੂਕ ਮਾਰ ਦਿੰਦੇ ਨੇ। ਮਨਮੁਖ ਜਿਹੜੇ ਹੁੰਦੇ ਨੇ ਸਾਖਤ ਬੰਦੇ, ਉਹ ਜਾ ਕੇ ਕੰਨ ਦੇ ਵਿੱਚ ਕਹਿ ਦਿੰਦੇ ਨੇ ਫਲਾਨਾ ਬੜਾ ਸਿਆਣਾ ਹੈ, ਉਹਦੇ ਤੋਂ ਮੈਨੂੰ ਆਰਾਮ ਆ ਗਿਆ, ਮੇਰੇ ਘਰਦਿਆਂ ਨੂੰ ਫਰਕ ਪੈ ਗਿਆ। ਉਹ ਉੱਥੇ ਲੈ ਜਾਂਦੇ ਪਸ਼ੂਆਂ ਦੇ, ਡੰਗਰਾਂ ਦੇ। ਉਹ ਜੇ ਕੋਈ ਪ੍ਰੋਬਲਮ ਆ ਜਾਵੇ, ਮੁਸ਼ਕਲ ਆ ਜਾਵੇ, ਡਾਕਟਰ ਕੋਲ ਨਹੀਂ ਜਾਂਦੇ, ਪਹਿਲਾਂ ਉਹਦੇ ਕੋਲ ਜਾ ਕੇ ਆਉਂ। ਤਾਂ ਇਹੋ ਜਿਹਾ ਜੀਵਨ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਆਪਣੇ ਭਗਤ ਜਿਹੜੇ ਬਚਨ ਨੇ ਉਹ ਕਰ ਦਿੱਤੇ। ਕਹਿਣ ਲੱਗੇ ਬਹੁਤ ਹੋਣਗੇ। ਜਪ ਤਪ ਦੇਹ ਚਾ ਨਾ ਰਹੈ, ਕਰ ਹੈ ਦੇਖਤ ਸਾਜ। ਇਸੇ ਤਰ੍ਹਾਂ ਹੀ
ਦਿਖਾਵੇ ਦੇ ਵਿੱਚ ਹੀ ਪਰਤ ਜਾਣਗੇ। ਜਪ ਤਪ ਦੇ ਵਿੱਚ ਉਹਨਾਂ ਦਾ ਨਿਸ਼ਚਾ ਨਹੀਂ ਰਹੇਗਾ, ਭਾਵ ਮਿਹਨਤੀ ਨਹੀਂ ਹੋਣਗੇ, ਜਪ ਤਪ ਕਰਨ ਵਾਲੇ ਨਹੀਂ ਰਹਿਣਗੇ ਜ਼ਿਆਦਾ। ਇਹ ਨਹੀਂ ਕਿ ਬੀਜ ਨਾਸ ਹੋ ਜਾਏਗਾ, ਹੋਣਗੇ ਪਰ ਬਹੁਤ ਵਿਰਲੇ ਵਿਰਲੇ। ਇਹਦਾ ਅੱਗੇ ਸਤਿਗੁਰੂ ਜੀ ਸਾਰਾ ਕਾਰਨ ਵੀ ਦੱਸਣਗੇ ਵੀ ਧਰਤੀ ਦੇ ਉੱਤੇ ਜਿਹੜਾ ਪਾਪ ਵਧਿਆ ਔਰ ਇਹ ਜਿਹੜੀ ਧਰਤੀ ਹੈ ਜਿਹੜੀ ਦੂਸ਼ਿਤ ਹੋਈ ਉਹਦੇ ਕਰਕੇ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ, ਪਵਿੱਤਰ ਜਿਹੜੇ ਗੁਰਮੁਖ ਪਿਆਰੇ ਨੇ, ਹੌਲੀ ਹੌਲੀ ਇਹ ਧਰਤੀ ਨੂੰ ਛੱਡ ਜਾਂਦੇ ਨੇ, ਕਿਉਂਕਿ ਪਲੀਤ ਹੋ ਜਾਂਦਾ ਵਾਤਾਵਰਨ, ਉਹਦੇ ਵਿੱਚ ਰਹਿ ਨਹੀਂ ਸਕਦੇ। ਸੋ ਹੌਲੀ ਹੌਲੀ ਕਹਿੰਦੇ ਪਾਤਸ਼ਾਹ ਜੀ ਜਪ ਤਪ ਤੇ ਨਿਸ਼ਚਾ ਘਟ ਜਾਏਗਾ। ਕੇਵਲ ਬਣਾਉਟੀ ਜਿਹੜੇ ਦਿਖਦੇ ਨੇ ਤੇ ਬਣਾਉਟੀ ਦੇਖਣ ਲੱਗ ਪੈਣਗੇ ਇੱਕ ਦੂਜੇ ਨਾਲ। ਜੋੜਾ ਪਾਇਆ ਸੋਹਣਾ ਤੇ ਸੋਹਣੀ ਦਸਤਾਰ ਸਜਾਈ ਹੈ, ਅੰਦਰ ਕੁਝ ਵੀ ਨਹੀਂ। ਆਪਾਂ ਦੇਖਦੇ ਨਾ ਕਿ ਜਿਹੜੇ ਅਸਲ ਨੇ ਉਹ ਵੀ ਨੇ, ਪਰ ਬਹੁਤੇ ਜਿਹੜੇ ਕਹਿੰਦੇ ਨੇ ਅੱਗੇ ਲਿਖਿਆ ਜਾਂਦਾ ਹੈ ਸੰਤ ਮਹਾਰਾਜ ਜੀ ਫਲਾਣਾ ਸਿੰਘ ਸੰਤ ਗੁਰਮੁਖ ਪਿਆਰਿਓ ਬਣਨਾ ਬੜਾ ਕਠਿਨ ਹੈ। ਕੋਟਣ ਮੈਂ ਨਾਨਕ ਤੂੰ ਨਾਰਾਇਣ ਜਿਹ ਚੀਤ, ਤੇ ਉਹ ਆਪਣੇ ਆਪ ਨੂੰ ਸੰਤ ਲਖਵਾਉਂਦਾ ਵੀ ਨਹੀਂ। ਭਾਈ ਗੁਰਮੁਖ ਪਿਆਰਾ ਕੋਈ ਉਹ ਵੀ ਆਪਾਂ ਲਕਬ ਦੇ ਦਿੰਦੇ ਆ, ਪਰ ਉਹਨਾਂ ਵਾਸਤੇ ਇਹ ਲਕਬ ਉਹ ਆਪ ਨਹੀਂ ਲਗਾਉਂਦੇ। ਸਰਕਾਰ ਉਹਨਾਂ ਅਸਲੀਆਂ ਦਾ ਵੀ ਜਿਹੜਾ ਮਾਣ ਸਤਿਕਾਰ ਹੈ, ਜਿਹੜਾ ਉਹਨਾਂ ਦਾ ਬਣਦਾ ਸਤਿਕਾਰ ਹੈ, ਉਹਨਾਂ ਨੇ ਘੱਟ ਕਰ ਦਿੱਤਾ ਜਿਹੜੇ ਨਕਲੀ ਪੈਦਾ ਹੋ ਗਏ। ਇੱਕ ਸੰਤ ਹੋਏਗਾ ਅਸਲੀ ਤੇ ਉਹਦੇ ਪਿੱਛੇ ਹਜ਼ਾਰਾਂ ਜਿਹੜੇ ਨਕਲੀ ਉਹਦੇ ਪਿੱਛੇ ਰੋਟੀ ਖਾ ਰਹੇ ਨੇ। ਸੰਤ ਦੀ ਅਵਸਥਾ ਬੜੀ ਜ਼ਿਆਦਾ ਉੱਚੀ, ਪਰਮਾਤਮਾ ਦਾ ਰਸੀਦ ਹੋ ਜਾਂਦਾ ਜਿਹੜਾ ਮਨੁੱਖ ਨੂੰ ਸੰਤ ਕਿਹਾ ਜਾਂਦਾ। ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਦੇਖਦੇ ਆ ਬਣਾਉਟੀ ਜਿਹੜੇ ਨੇ ਉਹ ਬਹੁਤੇ ਹੋਣਗੇ। ਜੈਸੀ ਗੁਰ ਕੀ ਭਾਵਨਾ ਤੈਸਾ ਗਤ ਹੋਏ ਸ਼ਬਦ। ਤੇ ਫਿਰ ਜਿਹੋ ਜਿਹਾ ਗੁਰੂ ਤੇ ਉਹੋ ਜਿਹਾ ਚੇਲਾ, ਜਿਵੇਂ ਉਹਦੇ ਮਗਰ ਲੱਗਾ ਫਿਰੇਗਾ ਕਹਿੰਦੇ ਉਹੋ ਜਿਹੇ ਉਹਦੇ ਕੋਲ ਸ਼ਕਤੀ ਆਏਗੀ ਉਹੋ ਜਿਹਾ। ਜੇ ਭੂਤਨਿਆਂ ਦਾ ਉਪਾਸਕ ਬਣ ਗਿਆ, ਭੂਤਾਂ ਦਾ ਉਪਾਸਕ ਬਣਾ ਦਿੱਤਾ, ਤੇ ਕਹਿੰਦੇ ਉਹੋ ਜਿਹਾ ਹੀ ਉਹਨੇ ਬਣ ਜਾਣਾ ਚੇਲੇ ਨੇ। ਤੇ ਜੇ ਸੱਚੇ ਗੁਰੂ ਦੇ ਲੜ ਲੱਗੇਗਾ ਤੇ ਫਿਰ ਉਹਨੂੰ ਸੱਚ ਦਾ ਜਿਹੜਾ ਰਸਤਾ ਹੈ ਉਹ ਤਿਆਰ ਕਰ ਲਏਗਾ, ਸੱਚ ਦੀ ਉਹਨੂੰ ਓੜਕ ਪ੍ਰਾਪਤੀ ਹੋਏਗੀ। ਸ਼ਰਨ ਭਜੋ ਸ੍ਰੀ ਰਾਮ ਕੀ ਕਲ ਮਹਿ ਨਿਹਜਾ ਮੁਕਤ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਰਹੋ, ਸਦਾ ਹੀ ਉਹਨੂੰ ਹੀ ਯਾਦ ਕਰੋ, ਜਿਸ ਕਰਕੇ ਤੁਹਾਨੂੰ ਮੁਕਤੀ ਦੀ ਦਾਤ ਮਿਲ ਜਾਵੇਗੀ। ਵਾਹਿਗੁਰੂ ਇਹ ਮੰਤਰ ਜਪ ਸਗਲ ਸਰੰਗੇ ਕਾਮ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਵਾਹਿਗੁਰੂ ਗੁਰ ਮੰਤਰ ਜਪਣ ਕਰਕੇ ਸਾਰੇ ਜਿਹੜੇ ਕੰਮ ਨੇ ਸਿੱਖੋ ਤੁਹਾਡੇ ਸਰ ਜਾਣਗੇ। ਸਿੱਖ ਗੁਰੂ ਕੇ ਹਿਤ ਕਰੋ ਨਿਤ ਸਵਾਰ ਆਰਾਮ। ਸਵੇਰੇ ਤੇ ਰਾਤ ਦਿਨ ਹੀ ਇਸ ਗੁਰ ਮੰਤਰ ਨੂੰ ਜਪਣਾ ਕਰੋ। ਆਪਣੇ ਕਾਰੋਬਾਰ ਕਰਦਿਆਂ, ਆਪਣੀ ਕਿਰਤ ਕਰਦਿਆਂ ਹੋਇਆ ਵੀ ਰਸਨਾ ਦੇ ਨਾਲ ਸਿੱਖ ਗੁਰਮੰਤਰ ਦਾ ਜਾਪ ਕਰਦਾ ਰਹੇ। ਘੋੜਾ ਅਟਕਿਓ ਚਲਤ ਹੀ ਬੜੋ ਜੁਧ ਇੱਕ ਬੇਰ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇੱਕ ਦਿਨ ਕਹਿੰਦੇ ਜੰਗ ਦੇ ਵਿੱਚ ਜਦੋਂ ਸਨ ਤੇ ਘੋੜਾ ਅਟਕ ਗਿਆ, ਘੋੜੇ ਨੇ ਨੀਲੇ ਨੇ ਇੱਕੇ ਵਾਰਾਂ ਹੀ ਉੱਥੇ ਕਹਿ ਲਓ ਕਿ ਆਪਣੇ ਜਿਹੜੇ ਪੌੜ ਸਨ ਜਮਾ ਲਏ, ਅੱਗੇ ਨਾ ਤੁਰੇ। ਉਹ ਕਾਰਨ ਕੀ ਸੀ? ਸਤਿਗੁਰ ਬੋਲੇ ਮਦਨ ਸਿੰਘ ਘੋਰਾ ਘਾਸ ਜੋਹੇਰ। ਸੱਚੇ ਪਾਤਸ਼ਾਹ ਜੀ ਆਪਣੇ ਭਾਈ ਜਿਹੜਾ ਘੋੜੇ ਦੀ ਸੇਵਾ ਕਰਦਾ ਸੀ ਭਾਈ ਮਦਨ ਸਿੰਘ, ਉਹਨੂੰ ਕਹਿਣ ਲੱਗੇ ਕਿ ਭਾਈ ਮਦਨ ਸਿੰਘ ਜਿਹੜਾ ਘਾਹ ਹੈ ਘੋੜੇ ਦਾ, ਜਿਹੜੇ ਪੱਠੇ ਨੇ ਘੋੜੇ ਦੇ, ਦੇਖੋ ਹਾਂ ਭਲਾ। ਦੇਖਤ ਨਿਕਸਿਓ ਘਾਹ ਮਹਿ ਪਰਾ ਤਮਾਕੂ ਰੰਜ। ਕਹਿੰਦੇ ਉਹਦੇ ਵਿੱਚ ਥੋੜਾ ਜਿਹਾ ਰਤੀ ਭਰ ਤਮਾਕੂ ਪਿਆ ਹੋਇਆ ਤੇ ਘੋੜੇ ਨੂੰ ਪਤਾ ਲੱਗ ਗਿਆ ਕਿ ਉਹਨੇ ਅੱਗੇ ਵਧਣਾ ਮੁਨਾਸਬ ਨਾ ਸਮਝਿਆ। ਬੋਲੇ ਸਤਿਗੁਰ ਬਾਹੁਲੀ ਇਸ ਤੇ ਰਹਿ ਸਕੁੰਜ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਬਾਹੁਲੀ ਇਹ ਭਾਵ ਕੇ ਕੰਡੇ ਬਾਟੇ ਦਾ ਧਾਰਨੀ ਹੈ, ਜਿਹੜਾ ਭਾਈ ਅਮਰਤੀਆ ਹੈ,
ਉਹ ਇਹਦੇ ਤੋਂ ਬਿਲਕੁਲ ਸੰਕੋਚ ਕਰੇ, ਬਿਲਕੁਲ ਜਿੱਥੇ ਤਮਾਕੂ ਹੋਵੇ ਉੱਥੋਂ ਆਪਣੀਆਂ ਜੂਹਾਂ ਹੀ ਛੱਡ ਜਾਵੇ ਸਿੱਖ, ਉਹਦਾ ਬਿਲਕੁਲ ਸੰਗ ਨਾ ਕਰੇ। ਮੇਰੇ ਭੋਰੇ ਕਹਾ ਮੈਂ ਦੇਖ ਸੰਭਾਲੋ ਸਿੱਖ। ਤੇ ਕਹਿੰਦੇ ਹੇ ਸਿੱਖੋ, ਤਮਾਕੂ ਦੇ ਕੇ ਆਪਣੇ ਆਪ ਨੂੰ ਜਿਵੇਂ ਘੋੜੇ ਨੇ ਸੰਭਾਲ ਲਿਆ। ਦੁਸ਼ਟ ਬੀਜ ਤੁਰਕਨ ਕਰਿਓ ਹਿੰਦੀ ਤੋਰੀ ਰਿਖ। ਤੁਰਕਾਂ ਨੇ ਜਿਹੜਾ ਦੁਸ਼ਟ ਬੀਜ ਆ ਨਾ, ਜਗਤ ਜੂੜ ਤਮਾਕੂ ਹੈ ਜਿਹੜਾ, ਇਹ ਇੱਥੇ ਲੈ ਕੇ ਆਂਦਾ ਹਿੰਦੁਸਤਾਨ ਦੇ ਵਿੱਚ, ਕਿਉਂਕਿ ਉਹਨਾਂ ਨੇ ਹਿੰਦੂਆਂ ਦੇ ਜਿਹੜੇ ਰਿਖੀ ਸਨ, ਜਿਹੜੇ ਨਾਮ ਜਪਦੇ ਸਨ, ਸਾਧਨਾ ਕਰਦੇ ਸਨ, ਉਹਨਾਂ ਦੀ ਸ਼ਕਤੀ ਨੂੰ ਭੰਗ ਕਰਨ ਵਾਸਤੇ ਇਹ ਸਾਰੀ ਕਰਤੂਤ ਕੀਤੀ ਹੈ। ਹਿੰਦੂ ਹਲਕਾ ਮੁਕਤ ਹੈ ਤਜੈ ਦੁਸ਼ਟ ਗੁਰਵਾਗ। ਕਹਿੰਦੇ ਹਿੰਦੂ ਹਲ ਕਾਮ ਕਰਤ ਹੈ ਤਜੇ ਦੁਸ਼ਟ ਗੁਰਵਾਗ। ਜੋ ਹਿੰਦੂ ਜਿਹੜਾ ਹਲ ਵਾਹੁਣ ਦਾ ਕੰਮ ਕਰਦਾ ਹੈ, ਉਹ ਗੁਰਵਾਕ ਮੰਨ ਕੇ ਦੁਸ਼ਟ ਬੀਜ ਹੈ ਜਿਹੜਾ ਭਾਵ ਤਮਾਕੂ ਨੂੰ ਬੀਜਣਾ ਛੱਡ ਦੇਵੇ, ਕਿਉਂਕਿ ਕਈ ਤਮਾਕੂ ਦੀ ਖੇਤੀ ਕਰਦੇ ਨੇ, ਜਿਹੜੇ ਦੇਸ਼ਾਂ ਦੇ ਵਿੱਚ ਵੀ ਹੁੰਦੀ, ਜਿੱਥੇ ਜਿੱਥੇ ਹੁੰਦੀ ਹੈ। ਕਹਿੰਦੇ ਰੱਬ ਦੇ ਪਿਆਰੇ ਇਹੋ ਜਿਹੀ ਜਿਹੜੀ ਜਗਤ ਜੂਟ ਹੈ ਉਹਦੀ ਖੇਤੀ ਵੀ ਨਹੀਂ ਕਰਦੇ। ਜਿਹੜੇ ਰੱਬ ਨੂੰ ਮੰਨਣ ਵਾਲੇ ਨੇ, ਜਿਹੜੇ ਧਰਮੀ ਲੋਕ ਨੇ, ਇੰਨੀ ਜਿਹੜੀ ਸਾਡੇ ਜਪਾਂ ਤਪਾਂ ਨੂੰ ਨਾਸ਼ ਕਰ ਦਿੰਦੀ, ਜਿਹਦੇ ਪਰਸਨ ਕਰਕੇ ਹੀ ਬਹੁਤ ਕੁਝ ਹੋ ਜਾਂਦਾ ਹੈ, ਤੇ ਅੰਦਰ ਸਰੀਰ ਦੇ ਵਿੱਚ ਚਲਿਆ ਜਾਵੇ ਤੇ ਉਹਦਾ ਵੀ ਫਲ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਨਗੇ। ਇਹ ਤਮਾਕੂ ਜਿਹੜਾ ਹੈ ਇਹ ਕਿੰਨੀ ਮਾੜੀ ਚੀਜ਼ ਹੈ। ਤਮਾਕੂ ਜਿਹੜਾ ਗੁਰਮੁਖ ਪਿਆਰਿਓ ਹੁਣ ਤੇ ਉਹ ਵੇਚਣ ਵਾਲੇ ਵੀ ਕਹਿੰਦੇ ਨੇ, ਉਹ ਪੈਕਟ ਦੇ ਉੱਤੇ ਲਿਖ ਦਿੰਦੇ ਨੇ ਕਿ ਇਹਦੇ ਨਾਲ ਕੈਂਸਰ ਹੁੰਦਾ। ਆਪਾਂ ਐਡ ਦੇਖਦੇ ਆ, ਟੀਵੀਆਂ ਦੇ ਵਿੱਚ ਐਡ ਵੀ ਚੱਲਦੀ ਹੁੰਦੀ ਵੀ ਤਮਾਕੂ ਦੇ ਨਾਲ ਕੈਂਸਰ ਹੁੰਦਾ। ਤੇ ਜਿਹੜੀ ਅਲਕੋਹਲ ਆ, ਸ਼ਰਾਬ ਆ, ਉਹਨੂੰ ਪੀਣ ਦੇ ਕਰਕੇ ਤੁਹਾਡਾ ਨੁਕਸਾਨ ਹੁੰਦਾ, ਇਹ ਸਰੀਰ ਨੂੰ ਨੁਕਸਾਨ ਕਰਦੀ। ਤੇ ਜਿਹੜੀ ਤਮਾਕੂ ਜਿਹੜੀ ਸਿਗਰਟ ਜਾਂ ਬੀੜੀ ਪੀਂਦੇ ਨੇ ਉਹਦੇ ਉੱਤੇ ਵੀ ਲਿਖਿਆ ਹੋਇਆ। ਦਾਸ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਰਿਹਾ, ਉੱਥੇ ਵੇਖਿਆ ਬਹੁਤੀਆਂ ਬੀੜੀਆਂ ਪੀਂਦੇ ਨੇ ਜਿਹੜੇ ਗੁੱਜਰ ਲੋਕ, ਤੇ ਉਹਨਾਂ ਬਹੁਤਿਆਂ ਨੂੰ ਗਲੇ ਦੇ ਕੈਂਸਰ ਹੁੰਦੇ ਉੱਥੇ, ਜਾਂ ਖਾਣਾ ਵੇਖਿਆ। ਸੋ ਇਹ ਵਾਕਿਆ ਗੱਲ ਠੀਕ ਆ ਕਿ ਇਹ ਸਾਇੰਟੀਫਿਕਲੀ ਵੀ ਇਹ ਪ੍ਰੂਫ ਆ ਕਿ ਇਹ ਬਹੁਤ ਮਾੜੀ ਚੀਜ਼ ਆ। ਜਦੋਂ ਤੁਹਾਡੇ ਕਹਿੰਦੇ ਗਲੇ ਤੋਂ ਥੱਲੇ ਲੰਘ ਗਿਆ ਤਮਾਕੂ, ਹੌਲੀ ਹੌਲੀ ਇਹ ਤੁਹਾਨੂੰ ਕਹਿ ਲਓ ਕਿ ਮਿੱਠਾ ਜ਼ਹਿਰ ਜਿਹੜਾ ਹੈ ਉਵੇਂ ਮਾਰ ਦਿੰਦਾ। ਕਹਿੰਦੇ ਕਿ ਇਹਦੇ ਨੇੜੇ ਨਹੀਂ ਜਾਣਾ ਸਿੱਖ ਨੇ। ਕਿੰਨੇ ਦੂਰ ਅੰਦੇਸ਼ੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੇ ਸਾਲ ਪਹਿਲਾਂ ਹੀ ਦੱਸ ਦਿੱਤਾ ਕਿ ਇਹਦੇ ਨੇੜੇ ਨਹੀਂ ਜਾਣਾ, ਅਲਕੋਹਲ ਦੇ ਨੇੜੇ ਨਹੀਂ ਜਾਣਾ ਸਿੱਖ ਨੇ। ਉਹ ਕਹਿੰਦੇ ਬੁੱਧੀ ਭ੍ਰਿਸ਼ਟ ਕਰ ਦਿੰਦੀ, ਤਮਾਕੂ ਵੀ ਬੁੱਧੀ ਭ੍ਰਿਸ਼ਟ ਕਰਦਾ। ਸੋ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜਹਾਂ ਤਮਾਕੂ ਭੂਤ ਹੈ ਸੋ ਖੇਤੀ ਨਾ ਪਾਕ। ਜਿੱਥੇ ਤਮਾਕੂ ਹੁੰਦਾ ਭਾਈ, ਦੂਜੀ ਖੇਤੀ ਵੀ ਨਾ ਪਾਕ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਦੋਹਰਾ ਇਸ ਪ੍ਰਕਾਰ ਕਹਿ ਸਤਿਗੁਰੂ ਸਦਨ ਪਰਵੇਸ਼ ਜਾਏ। ਭਜਨ ਬਲਾਸ ਕਰਦੇ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ। ਫਿਰ ਦੀਵਾਨਾਂ ਦੀ ਸਮਾਪਤੀ ਹੋਈ, ਉੱਠ ਕੇ ਆਪਣੇ ਨਿਜ ਮਹਿਲਾਂ ਨੂੰ ਪ੍ਰਸਥਾਨ ਕਰ ਗਏ। ਬਹੁਰ ਸਭਾ ਮੈਂ ਤਿਰ ਭਏ ਮਿਲੇ ਸਿੱਖ ਸਮੁਦਾਏ। ਫਿਰ ਕਹਿੰਦੇ ਅਗਲੇ ਦਿਨ ਫਿਰ ਸੱਚੇ ਪਾਤਸ਼ਾਹ ਜੀ ਜਦੋਂ ਦੀਵਾਨ ਸਜਿਆ, ਸਿੱਖ ਜਿਹੜੇ ਆ ਕੇ ਸੰਗਤਾਂ ਦਰਸ਼ਨ ਪਰਸ਼ਨ ਕਰਦੀਆਂ ਹਨ। ਭਲਕ ਭਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਭੀਰ। ਭਲਕ ਤੋਂ ਭਾਵ ਜਿਵੇਂ ਆਪਾਂ ਕਹਿੰਦੇ ਨੇ ਭਲਕੇ, ਆਉਣ ਵਾਲਾ ਕੱਲ। ਜਦੋਂ ਭਲਕ ਹੋਈ, ਅਗਲਾ ਦਿਨ ਆਇਆ, ਦੀਵਾਨ ਸਜਿਆ, ਬਹੁਤ ਸਿੱਖ ਸੰਗਤਾਂ ਦੀ ਭੀੜ ਹੋ ਗਈ। ਹਾਥ ਜੋਰ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਵੀਰ। ਸੁਲਤਾਨੀਏ ਸਿੱਖ, ਕਿਉਂਕਿ ਜਦੋਂ ਸਤਿਗੁਰਾਂ ਨੇ ਖਾਲਸਾ ਪ੍ਰਗਟ ਕੀਤਾ ਨਾ, ਉਦੋਂ ਜਿਹੜਾ ਪੀਰ ਜਿਹਨੂੰ ਕਹਿੰਦੇ ਲੱਖਾਂ ਦਾ ਦਾਤਾ, ਸਖੀ ਸਰਵਰੀਏ ਤੇ ਸੁਲਤਾਨੀਏ, ਇਹਨਾਂ ਦਾ ਦਬਦਬਾ ਸੀ ਸਾਰੇ ਪਾਸੇ। ਇਹਨਾਂ ਬੜਾ ਲੰਮਾ ਸਮਾਂ ਸਿੱਖਾਂ ਦੇ ਨਾਲ ਵੈਰ ਵੀ ਕਮਾਉਂਦੇ ਰਹੇ ਉਸ ਸਮੇਂ, ਕਿਉਂਕਿ ਇਹਨਾਂ ਦੀ ਗਿਣਤੀ ਜ਼ਿਆਦਾ ਸੀ। ਖਾਲਸਾ ਹੌਲੀ ਹੌਲੀ ਅਜੇ ਬਣ ਰਿਹਾ ਸੀ, ਤੇ ਜਿੱਥੇ ਕਿਤੇ ਸਿੱਖ ਨੇ ਅੰਮ੍ਰਿਤ ਛਕ ਕੇ ਆ ਜਾਣਾ ਨਾ, ਕਿ ਜਿੱਥੇ ਇਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਪਿੰਡਾਂ ਦੇ ਵਿੱਚ, ਤੇ ਇਹਨਾਂ ਨੇ ਸਿੱਖ ਨੂੰ ਫੜ ਲੈਣਾ। ਪਹਿਲਾਂ ਤੇ ਉਹਦੇ ਨਾਲ ਦੁਰਵਿਵਹਾਰ ਕਰਦੇ ਰਹਿਣਾ, ਜਿੱਥੇ ਕਿਤੇ ਦਾ ਲੱਗਣਾ ਤੇ ਸਿੱਖ ਨੂੰ ਕੁੱਟਣਾ ਮਾਰਨਾ ਜਾਂ ਜਾਨੋਂ ਵੀ ਮਾਰ ਦੇਣਾ।
ਹੌਲੀ ਹੌਲੀ ਫਿਰ ਜਿਵੇਂ ਪ੍ਰਚਾਰ ਹੁੰਦਾ ਗਿਆ ਖਾਲਸਾ ਪੰਥ, ਜਿਵੇਂ ਸਿੰਘਾਂ ਨੇ ਜਾ ਕੇ ਦੱਸਣਾ ਵੀ ਫਲਾਣੇ ਪਿੰਡ ਦੇ ਵਿੱਚ ਸਗੀ ਸਰਵਰੀਏ ਨੇ, ਸੁਲਤਾਨੀਏ ਨੇ, ਉਹਦੇ ਵੜਨ ਨਹੀਂ ਦਿੰਦੇ ਪਿੰਡ ਦੇ ਵਿੱਚ ਜਿਹੜਾ ਅੰਮ੍ਰਿਤਧਾਰੀ ਚਲੇ ਜਾਂਦਾ। ਫਿਰ ਹੌਲੀ ਹੌਲੀ ਜਥੇ ਤਿਆਰ ਹੋਏ, ਹੌਲੀ ਹੌਲੀ ਫਿਰ ਜਥੇ ਬਣਾ ਕੇ ਜਾਣੇ। ਫਿਰ ਜਿਵੇਂ ਜਿਵੇਂ ਜਿਹੜੀ ਨਫਰੀ ਵੱਧਦੀ ਗਈ ਖਾਲਸੇ ਦੀ, ਉਵੇਂ ਉਵੇਂ ਫਿਰ ਇਹਨਾਂ ਨੂੰ ਘੇਰਿਆ, ਫਿਰ ਹੌਲੀ ਹੌਲੀ ਇਹਨਾਂ ਨੂੰ ਨੱਥ ਪਾਈ। ਸੋ ਉਹ ਜਿਹੜੇ ਸੁਲਤਾਨੀਏ ਸਨ ਉਹਨਾਂ ਤੋਂ ਕਨਵਰਟ ਹੋ ਕੇ ਆਏ, ਸਿੱਖ ਬਣੇ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਦੁਏ ਭਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ। ਅਤੇ ਇਸੇ ਤਰ੍ਹਾਂ ਹੀ ਜਦੋਂ ਮੁਲਤਾਨ ਦੇ ਰਹਿਣ ਵਾਲੇ ਨੇ ਦੋਨੇ ਹੀ ਭਾਈ ਪਾੜੇ ਸੰਗਤ ਸੁਬਨ ਦੋ ਕਹੈ ਤਮਾਕੂ ਕਾਨ। ਤੇ ਕਹਿੰਦੇ ਥੋੜਾ ਜ਼ਿਆਦਾ ਪੜ੍ਹੇ ਲਿਖੇ ਸਨ। ਪਾੜੇ ਤੋਂ ਭਾਵ ਪੜ੍ਹੇ ਲਿਖੇ। ਜਿਵੇਂ ਅੱਜ ਵੀ ਜਦੋਂ ਬੰਦਾ ਜ਼ਿਆਦਾ ਪੜ੍ਹ ਲਿਖ ਜਾਂਦਾ ਹੈ, ਕਈ ਨਾ ਪੜ੍ਹਾਈ ਜਿਹੜੀ ਉਹ ਦਿਮਾਗ 'ਤੇ ਵੀ ਚੜ੍ਹ ਜਾਂਦੀ, ਜ਼ਿਆਦਾ ਜਦੋਂ ਗਿਆਨ ਆ ਜਾਂਦਾ ਨਾ ਕਿਤਾਬਾਂ ਦਾ, ਉਹ ਕਹਿੰਦਾ ਵੀ ਆਹ ਵੀ ਮੈਨੂੰ ਪਤਾ, ਆਹ ਵੀ ਮੈਨੂੰ ਪਤਾ ਹੈ, ਅਤੇ ਉਹ ਸਾਰਿਆਂ ਦੂਜਿਆਂ ਨੂੰ ਆਪਣੇ ਨੂੰ ਨੀਵਾਂ ਹੀ ਸਮਝਦਾ। ਇੱਥੋਂ ਤੱਕ ਕਿ ਜਿਹੜਾ ਪਰਮਾਰਥੀ ਗਿਆਨ ਹੈ ਉਹਨੂੰ ਵੀ ਕਹਿੰਦਾ ਇਹ ਵੀ ਕੁਝ ਨਹੀਂ ਗਾ, ਇਹਨੂੰ ਮੈਂ ਕੀ ਸਮਝਦਾ। ਅਸਲ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹ ਵੀ ਸਾਨੂੰ ਇੱਕ ਚੰਗਾ ਮਨੁੱਖ ਬਣਾਉਂਦੀ, ਇਨਸਾਨ ਬਣਨਾ ਸਿਖਾਉਂਦੀ। ਜਿਹੜੀ ਸਾਡੀ ਐਜੂਕੇਸ਼ਨ ਹੈ, ਸਿਰਫ ਇਹਦਾ ਮਨੋਰਥ ਇਹ ਨਹੀਂ ਹੁੰਦਾ ਕਿ ਅਸੀਂ ਨੌਕਰੀ ਕਰ ਲੈਣੀ ਹੈ, ਅਸੀਂ ਕਿਤੇ ਜਾ ਕੇ ਕਿਤੇ ਲੱਗ ਜਾਣਾ ਹੈ ਜੀ, ਪੈਸੇ ਕਮਾਵਾਂਗੇ। ਕਹਿੰਦੇ ਦਾ ਜਿਹੜਾ ਕਾਰਨ ਆ ਉਹ ਤਾਂ ਇਹ ਆ ਕਿ ਸਾਨੂੰ ਇੱਕ ਇਨਸਾਨੀਅਤ ਸਾਡੇ ਅੰਦਰ ਆ ਜਾਵੇ। ਬੱਸ ਵਿੱਚ ਸਫ਼ਰ ਕਰ ਰਿਹਾ ਹੋਵੇ ਪੜ੍ਹਿਆ ਲਿਖਿਆ, ਤੇ ਕੋਲ ਬੀਬੀ ਖੜੀ ਹੋਵੇ, ਉਹਨੇ ਬੱਚਾ ਚੁੱਕਿਆ ਹੋਵੇ, ਤੇ ਉਹ ਦੇਖ ਕੇ ਜੇ ਉਹਦਾ ਮਨ ਹੀ ਇਹ ਅੰਦਰੋਂ ਇਨਸਾਨੀਅਤ ਨਾ ਜਾਗੇ ਵੀ ਇਹਨੇ ਬੱਚਾ ਵੀ ਪੜ੍ਹਿਆ ਹੋਇਆ, ਖਲੋਤੀ ਹੋਈ ਮੇਰੇ ਕੋਲ, ਤੇ ਮੈਂ ਚੁੱਪ ਕਰਕੇ ਬੈਠਾ ਹੋਇਆ, ਤੇ ਜੇ ਉਹ ਕਹੇ ਨਾ ਕਿ ਭੈਣ ਜੀ ਤੁਸੀਂ ਬੈਠ ਜਾਓ ਮੈਂ ਖੜਾ ਹੋ ਜਾਣਾ, ਤੇ ਕਹਿੰਦੇ ਜੇ ਇਹੋ ਜਿਹੀ ਗੱਲ, ਇੱਕ ਐਗਜ਼ਾਮਪਲ ਆ, ਭਾਵ ਕਿ ਜੇ ਉਹਦੇ ਅੰਦਰ ਸ਼ਿਸ਼ਟਾਚਾਰ ਨਹੀਂ ਆਇਆ, ਇਨਸਾਨੀਅਤ ਨਹੀਂ ਆਈ, ਫਿਰ ਉਹਦਾ ਪੜ੍ਹਿਆ ਲਿਖਿਆ ਕਿਸੇ ਕੰਮ ਦਾ ਨਹੀਂ। ਸੋ ਗੁਰਮੁਖੋ ਜਦੋਂ ਪੜ੍ਹ ਲਿਖ ਜਾਂਦਾ ਬੰਦਾ, ਸੁਭਾਵਿਕ ਹੀ ਉਹਦੇ ਅੰਦਰ ਹੰਕਾਰ ਤੇ ਹਉਮੈ ਆ ਜਾਂਦਾ। ਸਤਿਗੁਰੂ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਐ ਸਲਬ ਲੋਭ ਹੰਕਾਰ। ਜਿਹਦੇ ਅੰਦਰ ਲੱਭ ਵੀ ਆ ਜਾਂਦਾ, ਹੰਕਾਰ ਵੀ ਆ ਜਾਂਦਾ। ਲੱਭ ਕਹਿ ਲਓ ਕਿ ਜਦੋਂ ਅਫਸਰ ਬਣ ਗਿਆ ਕਿ ਉਹ ਅੱਗੇ ਜਾ ਕੇ ਫਿਰ ਕਿਵੇਂ ਦਾ ਉਹਦਾ ਜੀਵਨ ਹੁੰਦਾ ਆਪਾਂ ਸਾਰਿਆਂ ਨੂੰ ਪਤਾ, ਕੋਈ ਵਿਰਲਾ ਹੀ ਹੁੰਦਾ, ਕੋਈ ਟਾਵਾਂ ਹੀ ਹੁੰਦਾ ਜਿਹੜਾ ਜੀਵਨ ਚੰਗਾ ਹੋਵੇ। ਬਾਕੀ ਤੇ ਕੋਈ ਵੀ ਕੰਮ ਕਰਨਾ ਤੇ ਕਹਿਣਾ ਲਿਆ ਕੁਛ ਦਏਗਾ ਤੇ ਮੈਂ ਕੰਮ ਕਰਦਾ। ਲੱਭ ਵੀ ਆ ਗਿਆ, ਫਿਰ ਕਹਿੰਦੇ ਹੰਕਾਰ ਵੀ ਆਪਣੀ ਉਹਦੇ ਦਾ ਪੋਸਟ ਦਾ ਅਧਿਕਾਰੀ ਦਾ ਜਿਹੜਾ ਹੰਕਾਰ ਵੀ ਵੱਧ ਗਿਆ ਕਿ ਮੇਰੇ ਸਾਈਨਾਂ ਤੋਂ ਬਿਨਾਂ ਤੂੰ ਕੰਮ ਨਹੀਂ ਕਰ ਸਕਦਾ, ਤੂੰ ਕਰਵਾ ਨਹੀਂ ਸਕਦਾ। ਉਹ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜਾ ਪੜ੍ਹ ਲੈ ਕੇ ਇਹ ਜਿਹੜਾ ਤੁਹਾਡਾ ਅੱਗੇ ਜ਼ਿੰਦਗੀ ਬਣਦੀ ਹੈ ਤਾਂ ਬਿਲਕੁਲ ਨਰਕ ਵਰਗੀ ਬਣ ਗਈ, ਇਹ ਸੱਚ ਤੋਂ ਬੜੀ ਦੂਰ ਲੈ ਗਈ। ਪਾੜੇ ਆਏ ਇਹ ਜਿਹੜੇ ਦੋ ਸਨ, ਸਵਰਨ ਦੋ ਕਹੇ ਤਮਾਕੂ ਕਾਨ। ਸੱਚੇ ਪਾਤਸ਼ਾਹ ਜੀ ਇਹ ਜਿਹੜਾ ਤਮਾਕੂ ਤੁਸੀਂ ਵਰਜਦੇ ਹੋ ਇਹਦਾ ਕਾਰਨ ਕੀ ਹੈ? ਕਿਉਂ ਵਰਜਦੇ ਹੋ? ਸਿੱਖਾਂ ਨੂੰ, ਖਾਲਸੇ ਨੂੰ ਤੁਸੀਂ ਕਿਉਂ ਵਰਜਿਆ ਸਾਨੂੰ ਦੱਸੋ। ਸ੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੀਤ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਅਸੀਂ ਇੱਕ ਤੁਹਾਨੂੰ ਕਥਾ ਸੁਣਾਉਣੇ ਆ, ਜਿਹੜੀ ਗੱਲ ਦੱਸਾਂਗੇ ਨਾ ਤੇ ਤੁਸੀਂ ਭਰੋਸਾ ਕਰਨਾ ਹੈ। ਸਕੰਦ ਸੰਗਤਾ ਸ਼ਿਵ ਕਹੀ ਕਥਾ ਭਵਿੱਖਤ ਰੀਤ। ਸਕੰਦ ਨੇ ਸ਼ਿਵ ਜੀ ਨੂੰ ਪੁੱਛਿਆ, ਸਕੰਦ ਰਿਖੀ ਨੇ ਕਿ ਸ਼ਿਵ ਜੀ ਨੂੰ ਕਿ ਇਹ ਜਿਹੜਾ ਤਮਾਕੂ ਹੈ ਕਿਉਂ ਨਿੰਦਣਯੋਗ ਹੈ। ਸਕੰਦ ਪੁੱਛਾ हे ਪਿਤਾ ਜੀ ਜਗਤ ਝੂਠ ਕਿਆ ਨਿੰਦ। ਜਿਹੜੀ ਜਗਤ ਝੂਠ ਹੈ ਇਹਨੂੰ ਨਿੰਦਦੇ ਕਿਉਂ ਹਨ ਲੋਕ। ਕਲ ਯੁਗ ਕੈਸੇ ਵਰਤੀਏ ਇਹੋ ਕਿਨ ਕੀਨ ਮੁਨਿੰਦ। ਤੇ ਇਹ ਕਲਯੁਗ ਦੇ ਵਿੱਚ ਕਿਵੇਂ, ਕਿਉਂਕਿ ਪਹਿਲੇ ਯੁੱਗਾਂ ਦੇ ਵਿੱਚ ਕਹਿੰਦੇ ਤਮਾਕੂ ਨਹੀਂ, ਉਹ ਪੁਰਾਣਾ ਦੀ ਮੰਨੀਏ ਤਾਂ ਕਹਿੰਦੇ ਕਲਯੁਗ ਦੇ ਵਿੱਚ ਤਮਾਕੂ ਕਿਵੇਂ ਵਰਤ ਗਿਆ। ਤਮਾਕੂ, ਮਦਰਾ, ਸ਼ਰਾਬ, ਇਹ ਸਾਰੇ ਜਿਹੜੇ ਪਦਾਰਥ ਨੇ ਜਿਹੜੇ ਨਾਸ਼ ਕਰ ਦਿੰਦੇ ਨੇ, ਬੁੱਧੀ ਭ੍ਰਿਸ਼ਟ ਕਰ ਦਿੰਦੇ ਨੇ ਤੇ ਜਪ ਤੱਕ ਨੂੰ ਖਾ ਜਾਂਦੇ ਨੇ ਬੰਦੇ ਦੇ। ਕਹਿੰਦੇ ਇਹ ਕਿਵੇਂ ਵਰਤ ਗਿਆ, ਇਹ ਕਿਹਨੇ ਲੈ ਕੇ ਆਂਦਾ।
ਕਿਹਨੇ ਸ਼ੁਰੂ ਕੀਤਾ? शिव कहना सुन पूत हित ਜਾਂ ਕੀ ਚਰਚਾ ਆਹੇ। ਤੇ ਸ਼ਿਵ ਨੇ ਕਿਹਾ ਫਿਰ ਕਿ ਪਿਆਰੇ ਤੂੰ ਧਿਆਨ ਨਾਲ ਸੁਣ, ਜਿਹੜੀ ਤੂੰ ਚਰਚਾ ਕਰਦਾ ਨਾ ਤਮਾਕੂ ਦੀ। ਅਗ ਮਰਖਣ ਤੇ ਸ਼ੁੱਧ ਮਨ ਛੁਹੇ ਗੰਗ ਜਲ ਨਾਏ। ਕਹਿੰਦੇ ਅੱਗ ਮਰਖਣ ਇੱਕ ਰਿਗਵੇਦ ਦੇ ਵਿੱਚ ਮੰਤਰ ਆ, ਜਿਹਨੂੰ ਹੱਥ ਦੇ ਵਿੱਚ ਪਾਣੀ ਲੈ ਕੇ ਜਲ ਲੈ ਕੇ ਉਹਨੂੰ ਪੜਨ ਦੇ ਨਾਲ ਤੇ ਆਪਣੇ ਨੱਕ ਨਾਲ ਛੁਹਾ ਕੇ ਫਿਰ ਕਹਿੰਦੇ ਜੇ ਕੋਈ ਤੰਬਾਕੂ ਨਾਲ ਅਟੈਚ ਹੋ ਜੇ ਤੇ ਉਹਦਾ ਸ਼ੁੱਧਤਾ ਕਿਵੇਂ ਹੁੰਦੀ, ਉਹ ਜਿਹੜਾ ਅੱਗ ਮਰਖਣ ਮੰਤਰ ਪੜ੍ਹ ਕੇ। ਅੱਗ ਮਰਖਣ ਤੇ ਸ਼ੁੱਧ ਮਨ ਛੁਹੇ ਗੰਗ ਜਲ ਨਹਾਏ, ਫਿਰ ਜਾ ਕੇ ਗੰਗਾ ਜਲ ਦੇ ਵਿੱਚ ਇਸ਼ਨਾਨ ਕਰੇ, ਫਿਰ ਜਾ ਕੇ ਉਹਨੂੰ ਪਿੱਤਰਤਾ ਪ੍ਰਾਪਤ ਹੁੰਦੀ ਹੈ। ਖਾਵਤ ਜਪ ਤਪ ਨਾਸ਼ ਹੋਏ ਮੰਤਰ ਭ੍ਰਿਸ਼ਟ ਕੀਏ ਬਾਨ। ਜਪ ਤਪ ਖਾ ਜਾਂਦਾ ਹੈ ਤਮਾਕੂ, ਨਾਸ ਹੋ ਜਾਂਦਾ ਹੈ, ਭਾਵੇਂ ਉਹ ਕਹਿੰਦੇ ਸਾਰੀ ਜ਼ਿੰਦਗੀ ਉਹਨੇ ਬੰਦਗੀ ਕੀਤੀ ਹੋਵੇ। ਜੇ ਉਹਦੇ ਅੰਦਰ ਤਮਾਕੂ ਚਲਿਆ ਗਿਆ, ਨਾਸ ਹੋ ਗਿਆ, ਤੇ ਇਹਨੂੰ ਪੀਣੇ ਕਰਕੇ ਜਿਹੜਾ ਤਮਾਕੂ ਜਿਹੜਾ ਕਹਿੰਦੇ ਉਕਾਦਕ, ਬੀੜੀਆਂ, ਸਿਗਰਟਾਂ, ਇਹਨੂੰ ਪੀਣ ਕਰਕੇ ਕਹਿੰਦੇ ਸਾਰਾ ਕੁਝ ਹੀ ਮੰਤਰ ਜਿਹੜੇ ਕੀਤੇ ਨੇ, ਜਿਹੜੀ ਬਾਣੀ ਪੜ੍ਹੀ ਆ ਜਾਂ ਕੁਛ ਆ, ਉਹ ਸਾਰਾ ਕੁਝ ਭ੍ਰਿਸ਼ਟ ਹੋ ਗਿਆ। ਜੇ ਕਿਤੇ ਕਾਰਨਵਾਸ ਸਾਡੇ ਲੋਕ 'ਚ ਲੰਘ ਜਾਵੇ, ਇਹਦੀ ਮਾੜੀ ਚੀਜ਼। ਇਹਦੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਜਿਹੜੀ ਸਾਡੀ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੋਇਆ ਤੰਬਾਕੂ ਜਿਹੜਾ ਉਹਦਾ ਸੇਵਨ ਨਹੀਂ ਕਰਨਾ, ਤੇ ਜਿਹੜਾ ਕਰਦਾ ਹੈ ਤੇ ਉਹਦਾ ਸੰਗ ਵੀ ਨਹੀਂ ਕਰਨਾ, ਉਹਦੇ ਨਾਲ ਵੀ ਨਹੀਂ ਰਹਿਣਾ ਤੰਬਾਕੂ ਖਾਣ ਵਾਲੇ ਦੇ। ਪਹਿਲਾਂ ਪਹਿਲ ਇਹ ਮੰਨਿਆ ਜਾਂਦਾ ਸੀ ਵੀ ਇਹ ਗੁਰਸਿੱਖਾਂ ਦੇ ਵਿੱਚ ਜ਼ਿਆਦਾ ਪਣਪਿਆ ਨਹੀਂ ਸੀ ਕਿ ਅਨਧਰਮੀ ਜਾਂ ਅਨਮਤੀਏ ਇਹ ਜ਼ਿਆਦਾ ਪੀਂਦੇ ਸਨ, ਜਾਂ ਕਹਿ ਲਈਏ ਕਿ ਬਾਹਰੋਂ ਜਿਹੜੇ ਭਈਏ ਆਦਿ ਆਉਂਦੇ ਸਨ ਸਾਡੇ ਪੰਜਾਬ ਦੇ ਵਿੱਚ, ਉਹ ਸਿਗਰਟਾਂ ਪੀਂਦੇ ਸਨ, ਜਾਂ ਉਹ ਜਿਹੜਾ ਆ ਕਹਿ ਲਓ ਤੰਬਾਕੂ ਲਾਉਂਦੇ ਸਨ। ਤੇ ਹੁਣ ਕਹਿੰਦੇ ਨੇ ਤੁਸੀਂ ਵੇਖ ਲਓ ਕਿ ਇਹੋ ਜਿਹਾ ਮਾਹੌਲ ਬਣ ਗਿਆ, ਹੁਣ ਜਿਹੜੇ ਸਾਡੇ ਪੰਜਾਬੀ ਨੇ ਉਹ ਵੀ ਲਾਉਂਦੇ ਨੇ, ਉਹ ਵੀ ਸਿਗਰਟਾਂ ਫੂਕਦੇ ਨੇ। ਸੋ ਇਹ ਇਹੋ ਜਿਹਾ ਕਲਯੁਗ ਦਾ ਭਿਆਨਕ ਸਮਾਂ ਬਣ ਗਿਆ, ਮੰਤਰ ਭ੍ਰਿਸ਼ਟ ਹੋ ਜਾਂਦੇ ਨੇ, ਇਹਨੂੰ ਪੀਣੇ ਕਰਕੇ ਜਪ ਤਪ ਦਾ ਨਾਸ਼ ਹੋ ਜਾਂਦਾ ਹੈ। ਖੇਤੀ ਮਗ ਹਰ ਸਮਝਮੀ ਸੁਧ ਬਰਖਤੇ ਜਾਨ। ਤੇ ਕਹਿੰਦੇ ਜਿਵੇਂ ਹੜੰਬੇ ਦੀ ਧਰਤੀ ਨੂੰ ਪਵਿੱਤਰ ਮੰਨਿਆ ਗਿਆ ਨਾ, ਜਿੱਥੇ ਤੰਬਾਕੂ ਆਪਾਂ ਬੀਜ ਦਿੱਤਾ, ਉਹ ਧਰਤੀ ਵੀ ਅਪਵਿੱਤਰ ਹੋ ਗਈ। ਕਥਾ ਸੁਨੋ ਸਤ ਜੁਗ ਨਹੀਂ ਤ੍ਰੇਤਾ ਨਹਿ ਜੁਗ ਦੂਜ। ਸਤਯੁਗ ਵਿੱਚ ਨਹੀਂ, ਤ੍ਰੇਤੇ ਵਿੱਚ ਨਹੀਂ, ਇਹ ਦੋਵੇਂ ਯੁੱਗਾਂ ਦੇ ਵਿੱਚ। ਤੇ ਫਿਰ ਤੀਸਰਾ ਯੁੱਗ ਆਇਆ। ਨੇਮ ਨਾਥ ਨ੍ਰਿਪ ਪੰਡ ਕੁਲ ਪਰਜਾ ਦੁਖਾਏ ਅਕੂਜ। ਤੇ ਪਾਂਡਵਾਂ ਦੇ ਵਿੱਚੋਂ ਹੋਇਆ ਇੱਕ ਨੇਮਨਾਥ ਕਹਿੰਦੇ, ਉਹਨਾਂ ਨੇ ਆ ਕਰਕੇ ਕਹਿੰਦੇ ਆਪਣੀ ਪਰਜਾ ਨੂੰ ਬੜਾ ਦੁੱਖ ਦਿੱਤਾ, ਉਹਦਾ ਰਾਜ ਹੋ ਗਿਆ, ਉਹਨੇ ਪਰਜਾ ਨੂੰ ਬਹੁਤ ਦੁਖਾਇਆ। ਪਰਜਾ ਵਾਰ ਟੂਟੀ ਜਬੈ ਦੁਖਤ ਭਏ ਸਭ ਲੋਗ। ਤੇ ਪਰਜਾ ਜਿਹੜੀ ਸੀ ਉਹ ਬੜੇ, ਜਿਵੇਂ ਪਰਜਾ ਦੀ ਵਾੜ ਹੁੰਦੀ ਹੈ, ਰਾਜਾ ਨਿਆਂ ਰੂਪੀ ਵਾੜ ਉਹਦੇ ਆਲੇ ਦੁਆਲੇ ਪਰਜਾ ਦੇ ਲੱਗੀ ਹੁੰਦੀ, ਤੇ ਆਪਾਂ ਦੇਖਦੇ ਹਾਂ ਵੀ ਰਾਜੇ ਕਿੱਥੇ ਨਿਆਂ ਦਿੰਦੇ ਨੇ, ਉਹ ਤੇ ਆਪ ਧੱਕਾ ਕਰਦੇ ਪਏ ਨੇ। ਇਸੇ ਤਰ੍ਹਾਂ ਗੁਰਮੁਖੋ ਪਰਜਾ ਦੀ ਜਿਹੜੀ ਵਾੜ ਆ ਉਹ ਨਿਆਂ ਹੁੰਦਾ ਹੈ ਰਾਜੇ ਦਾ ਦਿੱਤਾ ਹੋਇਆ। ਕਹਿੰਦੇ ਉਹ ਟੁੱਟ ਗਈ, ਸਾਰੇ ਦੇਖ ਕੇ ਬੜੇ ਸਾਰੇ ਦੁਖੀ ਹੋਏ। ਵੀਰ ਮਲੇਸ਼ ਪਛਮ ਤਪੇ ਤਾਂ ਪਹਿ ਗਏ ਸਸੋਗ। ਤੇ ਪੱਛਮ ਦੇਸ਼ ਦੇ ਵਿੱਚ ਕਹਿੰਦੇ ਮਲੇਸ਼ਾਂ ਦਾ ਇੱਕ ਪੀਰ ਤਪੱਸਿਆ ਕਰਦਾ ਸੀ, ਸਾਰੇ ਉਹਦੇ ਕੋਲ ਚਲੇ ਗਏ। ਤਿੰਨ ਮੇਲੇ ਪੁਰਕਾਨ ਨ੍ਰਿਪ ਬੜਾ ਮਲੇਸ਼ਨ ਰਾਜ। ਤੇ ਕਹਿੰਦੇ ਉਹਨਾਂ ਨੇ ਮਲੇਸ਼ਾਂ ਦੇ ਵੱਡੇ ਰਾਜੇ, ਇੱਕ ਬੁਰਕਾਨ ਰਾਜਾ ਸੀ, ਉਹਦੇ ਨਾਲ ਮਿਲਾਪ ਹੋ ਗਿਆ। ਤਾਂ ਕਿ ਘਰ ਅਜਮੇਰ ਸੁਤ ਸੰਗੀ ਪਰਜਾ ਸਮਾਜ। ਅਤੇ ਰਾਜੇ ਬੁਰਕਾਨ ਦਾ ਪੁੱਤਰ ਸੀ ਅਜਮੇਰ ਸ਼ਾਹ, ਜਿਹੜਾ ਆਪਾਂ ਪਿੱਛੇ ਸੁਣ ਕੇ ਆਏ, ਕਹਿੰਦੇ ਉਹਦੇ ਨਾਲ ਉਹਨਾਂ ਨੂੰ ਤੋਰ ਦਿੱਤਾ। ਮੁਨੀ ਰੂਪ ਦਿਖ ਦੇਸ਼
ਮਨ ਗਇਓ ਛਪਛ ਕਰ ਮਾਜ। ਤੇ ਕਹਿੰਦੇ ਜਿਹੜਾ ਅਜਮੇਰ ਸੀ ਨਾ, ਉਹ ਮੁਨੀ ਰੂਪ ਦੇਖ ਦੇਸ਼ ਮਨ ਗਏ ਉਸ ਪੁਸ਼ਕਰ ਮਾਝ। ਤੇ ਉਹ ਭਾਰਤ ਵਰਸ਼ ਵਿੱਚ ਪੁਸ਼ਕਰ ਦੇ ਟਿਕਾਣੇ ਤੇ ਇੱਕ ਮੁਨੀ ਸਰੂਪ ਨੂੰ ਦੇਖਣ ਵਾਸਤੇ ਗਿਆ। ਉੱਥੇ ਕਹਿੰਦੇ ਜੰਗਲ ਸੀ ਤੇ ਉੱਥੇ ਜਾ ਕੇ ਉਹ ਬੱਕਰੀਆਂ ਦਾ ਗਵਾਲਾ ਬਣ ਗਿਆ ਅਜਮੇਰ ਸ਼ਾਹ। ਤੇ ਉੱਥੇ ਜਾ ਕੇ ਜਦੋਂ ਬੱਕਰੀਆਂ ਦਾ ਗਵਾਲਾ ਬਣਿਆ, ਬੱਕਰੀਆਂ ਨੂੰ ਚਾਰਦਿਆਂ ਕਹਿੰਦੇ ਉਸਨੇ ਸ਼ਾਮ ਨੂੰ ਉਹ ਮੁਨੀ ਜਿਹਨੂੰ ਲੱਭਦਾ ਪਿਆ ਸੀ ਉਹਨੂੰ ਜਾ ਕੇ ਉਹਨੇ ਲੱਭ ਲਿਆ। ਸ਼ਿਵ ਬਨ ਗਹਿਬਰ ਗਵਾਲ ਅਜ ਪਾਏ ਖੋਜ ਇੱਕ ਸਾਂਝ। ਉਹ ਅਜਮੇਰ ਸ਼ਾਹ ਕਹਿੰਦਾ ਲੱਭਦਾ ਰਿਹਾ ਉਹਨੂੰ ਮੁਨੀ ਨੂੰ, ਜਿਹਦੇ ਕੋਲ ਕਾਫੀ ਜਿਹਨੇ ਤਪੱਸਿਆ ਕੀਤੀ ਸੀ, ਜਿਹਨੂੰ ਜਾ ਕੇ ਉਹਨੇ ਦਰਸ਼ਨ ਕਰਨੇ ਸਨ। ਦੱਸ ਰਿਹਾ ਕਿ ਤੰਬਾਕੂ ਦੀ ਜਿਹੜੀ ਆਮਦ ਕਿੱਥੋਂ ਹੋਈ। ਇਹ ਜਿਹੜਾ ਸੱਚੇ ਪਾਤਸ਼ਾਹ ਦੀ ਸੰਗਤਾਂ ਤਾਂ ਵੀ ਦੱਸਦੇ ਪਏ ਨੇ। ਉਹਨਾਂ ਜਿਹਨਾਂ ਦੋ ਪਾੜਿਆਂ ਨੇ ਆ ਕੇ ਪੁੱਛਿਆ, ਪੜ੍ਹਿਆ ਲਿਖਿਆ ਨੇ, ਉਹਨਾਂ ਨੂੰ ਦੱਸ ਰਹੇ ਨੇ, ਨਾਲ ਸਾਨੂੰ ਵੀ ਜਾਣਕਾਰੀ ਦੇ ਰਹੇ ਨੇ ਕਿ ਉਹਨੇ ਜਦੋਂ ਅਜਮੇਰ ਸ਼ਾਹ ਨੇ ਗਵਾਲਾ ਬਣ ਗਿਆ ਬੱਕਰੀਆਂ ਦਾ, ਉਹ ਲੱਭਦਾ ਗਿਆ। ਇੱਕ ਦਿਨ ਕਹਿੰਦੇ ਸ਼ਿਵ ਬਨ ਦੇ ਵਿੱਚ ਪਹੁੰਚਿਆ। ਉੱਥੇ ਜਾ ਕੇ ਉਹਨੇ ਉਹਦਾ ਖੁਰਾ ਖੋਜ ਲੱਭ ਲਿਆ। ਜਦੋਂ ਉਹਦੇ ਨਾਲ ਉਹਦਾ ਮਿਲਾਪ ਹੋ ਗਿਆ, ਤਿਨ ਕਰਿਆ ਸੁਨ ਸਾਧ ਜੀ ਮੋਹਿ ਜਲ ਪ੍ਰਾਪਤ ਸੋ ਜੋਏ। ਤੇ ਉਹ ਕਹਿਣ ਲੱਗਾ ਕਿ ਅਜਮੇਰ ਸ਼ਾਹ ਕਿ ਸਾਧੂ ਜੀ ਵੇਖੋ, ਮੈਂ ਆਪਣਾ ਜਿਹੜਾ ਜਲ ਪਾਤਰ ਹੈ ਇਹ ਭਰ ਕੇ ਤੁਹਾਨੂੰ ਦੁੱਧ ਦਿਆਂਗਾ, ਬੱਕਰੀਆਂ ਦਾ ਦੁੱਧ ਚੋ ਕਰਕੇ। ਪ੍ਰਗਟਿਓ ਨਰ ਮੋਹਿ ਕਹਿ ਉਠਿਓ ਮੰਗ ਧਰਨ ਜਸ ਹੋਏ। ਤੇ ਇਸ ਕਰਕੇ ਕਿ ਇਹ ਜਿਹੜਾ ਮੁਨੀ ਆ ਮੇਰੇ ਉੱਤੇ ਪ੍ਰਸੰਨ ਹੋ ਜਾਏਗਾ ਜੇ ਇਹਨੂੰ ਮੈਂ ਦੁੱਧ ਛਕਾ ਦਿਆਂਗਾ। ਭਾ ਮੈਨੂੰ ਇੱਕ ਪਾਤਰ ਦੇ ਦਿਓ, ਇੱਕ ਮੈਨੂੰ ਭਾਂਡਾ ਦੇ ਦਿਓ, ਮੈਂ ਤੁਹਾਡੇ ਵਾਸਤੇ ਦੁੱਧ ਚੋ ਦੇਵਾਂ। ਇਹਨੇ ਸੇਵਾ ਲੈ ਲਈ। ਮੁਨੀ ਸੀ ਜਿਹੜਾ ਕਹਿੰਦੇ ਉਹ ਇਹਦੇ ਉੱਤੇ ਰੀਝ ਪਿਆ। ਲੇ ਤਾਂ ਕੋ ਤਪ ਕਰਤਬੋ ਇੱਕ ਦਿਨ ਤਹਿ ਅਜਮੇਰ। ਤੇ ਕਹਿੰਦੇ ਕਿ ਉਹਦਾ ਜਦੋਂ ਸੇਵਾ ਕੀਤੀ ਮੁਨੀ ਦੀ ਅਜਮੇਰ ਸ਼ਾਹ ਨੇ, ਤੇ ਉਹਦੇ ਉੱਤੇ ਮੁਨੀ ਰਿਝਿਆ ਤੇ ਉਹਨੇ ਉਹਨੂੰ ਤਪ ਕਰਨ ਦਾ ਵਰ ਦੇ ਦਿੱਤਾ। ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਗੁਰਮੁਖੋ, ਕਿਉਂਕਿ ਹੁਣ ਤੇ ਸੱਚੇ ਪਾਤਸ਼ਾਹ ਪਿਛਲੇ ਦਿਨ ਹੀ ਆਪਾਂ ਵਿਚਾਰ ਕੀਤੇ ਜਪਜੀ ਸਾਹਿਬ ਦੀ, ਮੂਲ ਮੰਤਰ ਦੀ, ਗੁਰ ਮੰਤਰ ਦੀ, ਕਿ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਕੁਝ ਨਹੀਂ ਲੁਕੋਇਆ। ਪਹਿਲੇ ਯੁੱਗਾਂ ਦੇ ਵਿੱਚ ਇਹ ਸਾਰਾ ਕੁਝ ਜਿਹੜੇ ਮਨੁੱਖ ਨੇ ਗੁਰੂ ਧਾਰਨ ਕਰਨਾ, ਪਹਿਲਾਂ ਗੁਰੂ ਲੱਭਣਾ ਪੈਂਦਾ ਸੀ। ਕਿੰਨੇ ਸਾਲ ਪਹਿਲਾਂ ਕਿਸੇ ਨੂੰ ਗਲਤ ਗੁਰੂ ਵੀ ਮਿਲ ਪੈਂਦੇ, ਉਹ ਛੱਡਦਾ, ਕੋਈ ਦੂਸਰਾ ਧਾਰਨ ਕਰ ਲੈਂਦਾ। ਕਿਉਂਕਿ ਗੁਰੂ ਪੂਰਾ ਲੱਭੇਗਾ ਫਿਰ ਹੀ ਧਾਰਨ ਕਰੇਗਾ ਨਾ। ਜਿਹਨੂੰ ਬ੍ਰਹਮ ਗਿਆਨ ਹੋਏਗਾ, ਬ੍ਰਹਮ ਗਿਆਨ ਦੇ ਵਿੱਚ ਭੂਮਿਕਾ ਬਣੀ। ਇਹ ਕੱਚੇ ਗੁਰੂ ਨੂੰ ਧਾਰਨ ਕਰਕੇ ਉਹ ਕਹਿੰਦੇ ਆਪ ਡੁੱਬੇ ਚਾਹੋ ਵੇਦ ਮੈਂ ਚੇਲੇ ਦੀ ਇਹ ਬਹਾਏ। ਉਹ ਜਦੋਂ ਛੇਵੇਂ ਪਾਤਸ਼ਾਹ ਜੀ ਕਹਿੰਦੇ ਜਾ ਰਹੇ ਸੀ ਨਾ, ਇਹ ਸੱਪ ਸੀ ਜਿਹੜਾ ਸਰਾਲ ਜਿਹੜਾ ਜਾ ਰਿਹਾ, ਉੱਥੇ ਤੋਂ ਹਿੱਲਿਆ ਨਾ ਜਾਵੇ, ਉਹਦੇ ਵਿੱਚ ਕੀੜੇ ਪਏ। ਤੇ ਸਿੱਖ ਕਹਿੰਦੇ ਕਿ ਪਾਸੇ ਕਰ ਦਈਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹਦਾ ਉਧਾਰ ਕਰਨਾ ਹੈ। ਕੌਣ ਹੈ? ਕਹਿੰਦੇ ਇਹ ਭੇਖੀ ਗੁਰੂ ਬਣਿਆ ਹੋਇਆ ਸੀ। ਤੇ ਆ ਜਿਹੜੇ ਕੀੜੇ ਪਏ ਨੇ, ਕਿਰਮ ਚੱਲੇ ਨੇ, ਇਹ ਕੌਣ ਹੈ? ਕਹਿੰਦੇ ਜਿਹੜੇ ਦੇ ਪਿੱਛੇ ਲੱਗੇ ਸੀ ਚੇਲੇ। ਕਿਉਂਕਿ ਜਿਹੜਾ ਗੁਰੂ ਬਣ ਜਾਂਦਾ ਹੈ ਉਹਦੇ ਪਿੱਛੇ ਜਿਹੜਾ ਲੱਗ ਜਾਂਦਾ ਹੈ ਭਾਈ, ਉਹਨੇ ਤਾਂ ਉਹਨਾਂ ਤੋਂ ਲੇਖਾ ਲੈਣਾ ਵੀ ਤੇਰੇ ਅਸੀਂ ਲੜ ਲੱਗੇ ਸਾਂ, ਹੁਣ ਸਾਨੂੰ ਲੇਖਾ ਦੇ, ਸਾਨੂੰ ਨਿਗਾਹ ਪਾਰ। ਹੁਣ ਜੇ ਸੱਪ ਬਣਿਆ ਤੇ ਕਿਰਮ ਬਣ ਕੇ ਵਿੱਚ ਇਹਦੇ ਤੋੜ ਕੇ ਮਾਸ ਦਾ ਲੇਖਾ ਲੈ ਰਹੇ। ਸੋ ਗੁਰਮੁਖ ਪਿਆਰਿਓ, ਕਹਿੰਦੇ ਜਿਹੜਾ ਕੱਚਾ ਗੁਰੂ ਹੁੰਦਾ ਹੈ ਉਹਦੇ ਨਾਲ ਜੁੜ ਕੇ ਆਪਣਾ ਜੀਵਨ ਵੀ ਖਰਾਬ, ਉਹਦਾ ਵੀ ਖਰਾਬ। ਤੇ ਆਪ ਡੁੱਬੇ ਚਾਹੋਂ ਵੇਦ ਮੈਂ ਚੇਲੇ ਦੀ ਇਹ ਬਹਾਏ। ਆਪ ਤੇ ਉਹ ਡੁੱਬ ਹੀ ਜਾਂਦਾ ਹੈ ਤੇ ਆਪਣੇ ਚੇਲਿਆਂ ਨੂੰ ਵੀ ਲੈ ਡੁੱਬਦਾ, ਉਹਨਾਂ ਦਾ ਜੀਵਨ ਵੀ ਖਰਾਬ ਕਰਦਾ। ਅਜਮੇਰ ਸ਼ਾਹ ਨੇ ਬੜੀ ਮਿਹਨਤ ਕੀਤੀ, ਉਹਨੇ ਮੁਨੀ ਲੱਭਿਆ, ਉਹਨੂੰ ਗੁਰੂ ਧਾਰਨ ਕੀਤਾ, ਉਹਦੀ ਸੇਵਾ ਕੀਤੀ, ਉਹਨੂੰ ਰਿਝਾ ਲਿਆ। ਅਸਲ ਦੇ ਵਿੱਚ ਕਾਰਨ ਕੀ ਸੀ ਕਿ ਨੇਮਨਾਥ ਨੂੰ ਇਹਨਾਂ ਨੇ ਪਾਸੇ ਕਰਨਾ ਸੀ। ਨੇਮਨਾਥ ਦੀ ਬੰਦਗੀ ਬੜੀ ਸੀ। ਨੇਮਨਾਥ ਜਿਹੜਾ ਇਹ ਸਾਧਨ ਕਰਦਾ ਸੀ, ਭਗਤੀ ਕਰਨੇ ਕਰਕੇ ਇਹਨਾਂ ਸੋਚਿਆ ਕਿ ਇਹਨੂੰ ਅਸੀਂ ਥੱਲੇ ਕਿਵੇਂ ਲਾਈਏ, ਇਹਦਾ ਤਪ ਜਿਹੜਾ ਘਟ ਜਾਵੇ, ਇਹਦਾ ਬਲ ਘਟ ਜਾਵੇ, ਇਹਦੇ ਤੇ ਅਸੀਂ ਆਪਣਾ ਪ੍ਰਭਾਵ ਪਾ ਲਈਏ। ਬਰਕਾਨ ਰਾਜੇ ਨੇ ਆਪਣਾ ਪੁੱਤਰ ਅਜਮੇਰ ਸ਼ਾਹ ਫਿਰ ਉਹਨੂੰ ਮੁਨੀ ਨੂੰ ਲੱਭਣ ਵਾਸਤੇ ਕਿ ਜਾ ਕੇ ਕੋਈ ਵਰ ਲੈ ਲਾ
ਉਹਦੇ ਕਰਕੇ ਫਿਰ ਇਹਦਾ ਬਲ ਘਟ ਜਾਏਗਾ। ਉਹਨੇ ਜਦੋਂ ਉੱਥੇ ਜਾ ਕੇ ਤੇ ਫਿਰ ਤਾਪ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ। ਪੁਰਖ ਵਾਜਗੋ ਭੇਦ ਕਯੋ ਔਖਦ ਦੇ ਸਿੱਧ ਤੇਰ। ਉਹਨੇ ਮੁਨੀ ਨੇ ਕਿਹਾ ਕਿ ਜਾ ਕਿਸੇ ਨੇ ਗਊ ਮੇਰ ਜਿਹੜਾ ਜੱਗ ਕੀਤਾ ਹੈ ਉੱਥੇ ਤੇਰੇ ਵਾਸਤੇ ਇੱਕ ਚੀਜ਼ ਆ ਜਿਹੜੀ ਤੈਨੂੰ ਰਾਜ ਕਰਾਏਗੀ। ਉੱਥੇ ਪ੍ਰਗਟ ਹੋਈ ਕੋਈ ਚੀਜ਼ ਤੇ ਉੱਥੇ ਚਲਿਆ ਜਾ। ਪਛਮ ਗੋਮੇਦੀ ਧਰਨ ਸਿੱਧ ਖਾਲ ਤੇ ਲਿਆਏ। ਅਤੇ ਇਹ ਜਿਹੜੀ ਔਸ਼ਧੀ ਇਹ ਸੁਣ ਕੇ ਜਿਹੜਾ ਅਜਮੇਰ ਸ਼ਾਹ ਸੀ ਪੱਛਮ ਨੂੰ ਚਲਾ ਗਿਆ। ਉੱਥੇ ਗੁਮੇਦੀ ਧਰਤੀ ਤੇ ਜਾ ਕੇ ਕਹਿੰਦੇ ਉੱਥੇ ਇਹ ਜਿਹੜੀ ਬੂਟੀ ਸੀ ਜਿਹੜੀ ਉੱਥੇ ਪੈਦਾ ਹੋਈ ਸੀ ਤਮਾਕੂ ਦੀ, ਗੁਮੇਦੀ ਧਰਤੀ ਤੇ ਗਊਮੇਰ ਦਾ ਜਿਹੜਾ ਜੱਗ ਕੀਤਾ ਸੀ ਉੱਥੇ ਕਹਿੰਦੇ ਉਹਦੇ ਵਿੱਚੋਂ ਕਈ ਕਹਿੰਦੇ ਨੇ ਕਿ ਜਦੋਂ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਜਿਹੜੀ ਕਾਮਧੇਨ ਗਊ ਸੀ ਜਮਦਗਨੀ ਰਿਸ਼ੀ ਨੇ ਜਦੋਂ ਉਹਨੂੰ ਹੇਠਾਂ ਲਿਆਂਦਾ ਤੇ ਜਦੋਂ ਉਹ ਵਾਪਸ ਸਵਰਗ ਨੂੰ ਚੱਲੀ ਤੇ ਉਹਨੇ ਤੀਰ ਮਾਰਿਆ ਇਹਦੇ ਖੁਰ ਦੇ ਵਿੱਚ ਤੇ ਉਹਦੇ ਵਿੱਚੋਂ ਜਿਹੜਾ ਲਹੂ ਨਿਕਲਿਆ ਉਹ ਜਿੱਥੇ ਜਿੱਥੇ ਡਿੱਗਿਆ ਉੱਥੇ ਤਮਾਕੂ ਪੈਦਾ ਹੋ ਗਿਆ। ਇਸੇ ਤਰ੍ਹਾਂ ਹੀ ਇਹਨੇ ਉਹ ਜਿਹੜੀ ਬੂਟੀ ਸੀ ਉਹ ਲੱਦ ਕੇ ਘੋੜਿਆਂ ਦੇ ਊਠਾਂ ਦੇ ਅਜਮੇਰ ਸ਼ਾਹ ਨੇ ਇਹਾਂ ਆਏ ਪ੍ਰਗਟ ਕੀਓ ਵਦੀ ਮਲੇਸ਼ੀ ਗਾਏ। ਉਹਨੇ ਕਹਿੰਦੇ ਫਿਰ ਇੱਥੇ ਲੈ ਆਂਦੀ ਭਾਰਤ ਵਰਸ਼ ਦੇ ਵਿੱਚ ਅਜਾਪਾਲ ਰਾਜਾ ਪਇਓ ਤਾਕੀ ਬੇਟੀ ਸੁੰਡ। ਤੇ ਅਜਾਪਾਲ ਵੀ ਇਹਦਾ ਨਾਂ ਅਜਮੇਰ ਸ਼ਾਹ ਦਾ ਜਿਹੜਾ ਪਿੱਛੇ ਪ੍ਰਸੰਗ ਸੁਣਿਆ ਸੀ। ਇਹਦੀ ਬੇਟੀ ਨੇ ਕਿਹਾ ਕਿ ਮੈਂ ਸ਼ਾਦੀ ਕਰਾਉਣੀ, ਸ਼ਾਦੀ ਵੀ ਉਹਦੇ ਨਾਲ ਕਰਾਉਣੀ ਜਿਹੜਾ ਵਿਦਵਾਨ ਹੋਏਗਾ। ਤੇ ਉਹ ਕਹਿੰਦੇ ਕਿ ਜਿਹੜਾ ਹਿੰਦੂ ਸੀ ਜਿਹੜਾ ਬ੍ਰਾਹਮਣ ਉਹ ਦੇਖ ਲਿਆ ਇਹਨੇ ਮੁਨੀ ਤਪ ਕਰਦਾ, ਉਹਦੇ ਨਾਲ ਧੱਕੇ ਦੇ ਨਾਲ ਵਿਆਹ ਕਰਵਾ ਲਿਆ ਤੇ ਉਹਦਾ ਜਪ ਤਪ ਵੀ ਫਿਰ ਇਹਨਾਂ ਨੇ ਤਮਾਕੂ ਨੂੰ ਪਿਆ ਦਿੱਤਾ। ਵਿਸਰ ਭੋਲੇ ਹੀ ਉਹਨੇ ਪੀ ਲਿਆ। ਉਹਦਾ ਜਿਹੜਾ ਜਪ ਤਪ ਸੀ ਉਹਦਾ ਜਿਹੜਾ ਜਲਸਨ ਸੀ ਉਹ ਜਾਂਦਾ ਰਿਹਾ। ਉਹ ਇਹ ਅਜਮੇਰ ਸ਼ਾਹ ਦੇ ਰਾਜਾ ਭਇਓ ਤਾਂ ਕਿ ਬੇਟੀ ਸੁਣਤ। ਉਹਦੀ ਬੇਟੀ ਨੇ ਇਹ ਇੱਕ ਜਿਹੜੀ ਪ੍ਰਤਿਗਿਆ ਲਈ ਸੀ ਕਿ ਮੈਂ ਐਸਾ ਮੈਨੂੰ ਪਤੀ ਚਾਹੀਦਾ। ਮਨ ਸੁਤ ਜੀਤਾ ਪਾਨ ਦੇ ਪੁੱਛੀ ਪੀਰ ਸਮੁੰਠ। ਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਤੇ ਇਉਂ ਬੱਕਰੀਆਂ ਦਾ ਜਿਹੜਾ ਚਰਵਾਹਾ ਸੀ ਅਜਮੇਰ ਉਹ ਇੱਥੇ ਆ ਕੇ ਤੇ ਰਾਜਾ ਹੋ ਗਿਆ। ਨੇਮਨਾਥ ਸੀ ਜਿਹੜਾ ਉਹਦੀ ਪਰਜਾ ਨੂੰ ਨੇ ਤਮਾਕੂ ਪਿਆ ਕੇ ਤੇ ਉਹਨਾਂ ਸਾਰਿਆਂ ਦਾ ਬੇੜਾ ਗਰਕ ਕਰ ਦਿੱਤਾ। ਨੇਮਨਾਥ ਇੱਥੇ ਰਾਜ ਕਰਦਾ ਸੀ। ਜਿਹੜਾ ਪਾਂਡਵਾਂ ਦੇ ਵਿੱਚੋਂ ਸੀ ਜਦੋਂ ਉਹਨੇ ਤਮਾਕੂ ਲੱਦ ਕੇ ਲਿਆਂਦਾ ਧਰਤੀ ਤੋਂ ਉੱਥੋਂ ਉਹਨੇ ਕਿਹਾ ਕਿ ਆਹ ਜਿਹੜੀ ਬੂਟੀ ਆ ਬੜੀ ਤੁਹਾਨੂੰ ਤਾਕਤ ਦੇਗੀ, ਜੀਵਨ ਦੇਗੀ, ਤੁਸੀਂ ਇਹ ਪੀਓ। ਘੋੜਕ ਨੂੰ ਨਸ਼ਾ ਤੇ ਹੈ ਨਾ ਵਿੱਚ ਇਹਦੇ ਬੂਟੀ ਦੇ। ਤੇ ਉਹਨੇ ਉੱਥੋਂ ਜਦੋਂ ਅਜਮੇਰ ਸ਼ਾਹ ਨੇ ਲੈ ਕੇ ਆਂਦੀ ਉਹਨੇ ਪਿਆ ਦਿੱਤੀ, ਸਾਰਿਆਂ ਦੇ ਵਿੱਚ ਵੰਡ ਦਿੱਤੀ ਪਰਜਾ ਜੀ। ਹੌਲੀ ਹੌਲੀ ਜਿਹੜਾ ਜਪ ਤਪ ਕਰਦਾ ਸੀ ਵਿਸਰ ਭੋਲੇ ਸਾਰਿਆਂ ਨੇ ਪੀਤੀ। ਕਹਿੰਦੇ ਉਹ ਸਾਰਿਆਂ ਦਾ ਜਪ ਤਪ ਜਾਂਦਾ ਰਿਹਾ, ਸਾਰੇ ਨਿਰਬਲ ਹੋ ਗਏ। ਨੇਮਨਾਥ ਨੂੰ ਇਹਨੇ ਕੈਦ ਕਰ ਲਿਆ। ਰਾਜ ਜਿਹੜਾ ਅਜਮੇਰ ਸ਼ਾਹ ਦਾ ਹੋ ਗਿਆ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਕਹਿੰਦੇ ਉਹਨੇ ਆਪਣਾ ਜਿਹੜਾ ਰਾਜ ਬਣਾ ਲਿਆ। ਮਹਾਨ ਤਪਸਵੀ ਦੇ ਨਾਲ ਜਿਹੜਾ ਵਿਆਹ ਕਰਨ ਦਾ ਨੇ ਪ੍ਰਣ ਕੀਤਾ ਸੀ ਉਹਦੀ ਬੇਟੀ ਨੇ ਉਹ ਵੀ ਉਹਨੇ ਪੂਰਾ ਕਰ ਲਿਆ। ਗਊ ਮੇਦ ਕੇ ਕੁੰਡ ਦੇ ਉਪਜੀ ਪਾਪਨ ਬਾਤ। ਗਊ ਮੇਦ ਦੇ ਕੁੰਡ ਦੇ ਕੋਲੋਂ ਕਹਿੰਦੇ ਜਿਹੜੀ ਪਾਪਣ ਬੂਟੀ ਹੈ ਨਾ ਤਮਾਕੂ ਦੀ ਇਹ ਪੈਦਾ ਹੋਈ। ਜਪ ਤਪ ਬ੍ਰਤ ਸੰਜਮ ਦਹੈ ਤੀਰਥ ਫਲ ਸਭ ਖਾਤ। ਇਹੋ ਜੀ ਬੂਟੀ ਭੈੜੀ ਚੰਦਰੀ ਜਿਹੜੀ ਜਪ ਤਪ ਬ੍ਰਤ ਸੰਜਮ ਨੇਮ ਤੀਰਥ ਫਲ ਸਾਰਾ ਕੁਝ ਹੀ ਬੰਦੇ ਦਾ ਖਤਮ ਕਰ ਦਿੰਦੀ ਹੈ। ਗੋ ਹੱਤਿਆ ਸਮ ਜਗਤ ਝੂਠ ਪੀਰ ਅਜਮੇਰ ਲਿਆਏ। ਗਊ ਹੱਤਿਆ ਨੂੰ ਬੜਾ ਮਾੜਾ ਸਮਝਿਆ ਜਾਂਦਾ ਹੈ, ਸਭ ਤੋਂ ਵੱਜਰ ਪਾਪ ਹੀ ਮੰਨਿਆ ਜਾਂਦਾ। ਕਹਿੰਦੇ ਇੰਨਾ ਪਾਪ ਹੈ ਜਿਹੜਾ ਜਗਤ ਜੂਠ ਤਮਾਕੂ ਨੂੰ ਪੀਂਦਾ ਹੈ। ਇਹ ਜਿਹੜੀ ਜਗਤ ਜੂਠ ਤਮਾਕੂ ਹੈ ਉਹਨੂੰ ਅਜਮੇਰ ਸ਼ਾਹ ਭਾਰਤ ਲੈ ਕੇ ਆਇਆ। ਹਿੰਦ ਦੇਸ਼ ਫੈਲਤ ਸਹੀ
ਕਲ ਕੀ ਐਸੀ ਵਾਏ। ਕਹਿੰਦੇ ਕਲਯੁਗ ਦੀ ਐਸੀ ਵਾਹ ਵਗੀ, ਐਸੀ ਹਵਾ ਵਗੀ, ਸਾਰੇ ਪਾਸੇ ਹੀ ਫੈਲ ਗਿਆ। ਹੁਣ ਵੇਖੋ ਕਿ ਦੁਕਾਨਾਂ ਦੇ ਥਾਂ ਥਾਂ ਖੋਖਿਆਂ ਦੇ ਉੱਤੇ ਵਿਆਹ ਹੋਇਆ ਤਮਕ ਬਥੇਰਾ ਕਹਿੰਦੇ ਨੇ ਕਿ ਤੁਸੀਂ ਇਹੋ ਜਿਹੇ ਕੰਮ ਨਾ ਕਰੋ ਭਾਈ। ਧਾਰਮਿਕ ਸਥਾਨਾਂ ਦੇ ਬਾਹਰ ਖੋਖੇ ਲਾ ਕੇ, ਇੱਥੋਂ ਤੱਕ ਕਿ ਜਿੱਥੋਂ ਸਿੱਖਿਆ ਲੈਣੀ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਅਤੇ ਜਾਂ ਉਹਨਾਂ ਦੇ ਬਾਹਰ ਇਹੋ ਜਿਹੇ ਖੋਖੇ ਲਾਏ ਜਾਂਦੇ ਨੇ। ਉਹਨਾਂ ਨੂੰ ਕਹਿ ਲਈਏ ਕਿ ਨੁਮਾਇਸ਼ ਕੀਤੀ ਜਾਂਦੀ, ਕੋਈ ਨਾ ਕੋਈ ਆ ਕੇ ਤਾਂ ਸਾਡਾ ਗਾਹਕ ਬਣੇਗਾ ਨਾ। ਬਹੁਤ ਡੂੰਘੀ ਸਾਜ਼ਿਸ਼। ਥੋੜ੍ਹੇ ਦਿਨ ਹੋਏ ਕਹਿੰਦੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇੱਕ ਸ਼ੂਟਿੰਗ ਕਰਨ ਵਾਸਤੇ ਖੋਖਾ ਲਾ ਦਿੱਤਾ ਅੰਦਰ ਤੰਬਾਕੂ ਦਾ। ਮੁੜ ਕੇ ਵਿਦਿਆਰਥੀਆਂ ਨੇ ਰੌਲਾ ਪਾ ਕੇ ਤੇ ਉਹ ਬੰਦ ਕਰਾਇਆ, ਉਹ ਚੁਕਾਇਆ ਉੱਥੋਂ। ਇਹੋ ਜਿਹੀ ਹਾਲਤ ਹੋ ਗਈ। ਤੋ ਗੁਰਮੁਖੋ ਇਹ ਤੰਬਾਕੂ ਕਹਿੰਦੇ ਐਡਾ ਭੈੜਾ, ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ। ਕਲਯੁਗ ਦਾ ਇਹੋ ਜਿਹਾ ਪ੍ਰਭਾਵ ਪਿਆ, ਸਾਰੇ ਪਾਸੇ ਫੈਲ ਗਿਆ। ਪੋਤੇ ਥੋਮ ਅਰ ਕਰਨ ਦੇ ਹੋਏ ਤਮਾਕੂ ਨਿੰਦ। ਇਹ ਜਿਹੜਾ ਕਹਿੰਦੇ ਨੇ ਦੋ ਚੀਜ਼ਾਂ ਨੇ, ਥੋਮ ਕਹਿੰਦੇ ਲਸਣ ਨੂੰ। ਤੁਸੀਂ ਵੇਖਿਆ ਹੁਣ ਜਿਹੜੇ ਕੱਟੜ ਬ੍ਰਾਹਮਣ ਨੇ ਉਹ ਥੋਮ ਲਸਣ ਨਹੀਂ ਖਾਂਦੇ, ਉਹ ਕਹਿੰਦੇ ਵੀ ਮਾੜਾ ਹੈ। ਪਰ ਸੱਚੇ ਪਾਤਸ਼ਾਹ ਨੇ ਸਾਨੂੰ ਨਹੀਂ ਰੋਕਿਆ, ਖਾਲਸੇ ਦੇ ਤਾਂ ਹੀ ਥੋਮ ਨਹੀਂ ਰੋਕਿਆ ਹੋਇਆ। ਲਸਣ ਜਿਹਨੂੰ ਕਹਿ ਦਿੰਦੇ ਆਪਾਂ, ਕਹਿੰਦੇ ਇਹ ਨਹੀਂ। ਉਹਨਾਂ ਨੇ ਇਹ ਦੋਵੇਂ ਹੀ ਇਹਨਾਂ ਦੀ ਨਿੰਦਿਆ ਕੀਤੀ ਹੈ। ਮਨ ਮੁਰਤਾ ਸਵੈ ਇਸ਼ਟ ਦੇ ਤਾਂ ਤੇ ਤਜ ਪੂਤਿੰਦ। ਇਹ ਕਹਿੰਦੇ ਕਿ ਇਹ ਨਿੰਦਨੀ ਨੇ, ਇਹ ਨਿੰਦਾ ਕਰਨ ਯੋਗ ਨੇ, ਕਿਉਂਕਿ ਤੰਬਾਕੂ ਕਹਿੰਦੇ ਜਿਹੜਾ ਗਾਂ ਹੈ, ਜਿਹੜੀ ਗਾਂ ਹੈ ਉਹਦੇ ਪੈਰਾਂ ਦੇ ਵਿੱਚੋਂ ਪੈਦਾ ਹੋਇਆ, ਉਹਦੇ ਲਹੂ ਤੋਂ ਬਣਿਆ ਹੈ। ਜਾਂ ਦਿਨ ਆਇਆ ਬੀਜ ਤਿਸ ਤਿਆਗੀ ਭੂ ਸੁਰ ਪਿਤਰ। ਜਦੋਂ ਫਿਰ ਕਹਿੰਦੇ ਇਹਦਾ ਬੀਜ ਇਸ ਸੰਸਾਰ ਤੇ ਆ ਗਿਆ ਨਾ, ਜਦੋਂ ਜਿਹੜੀ ਇਸ ਧਰਤੀ ਤੇ ਆ, ਖਾਸ ਕਰਕੇ ਭਾਰਤ ਵਰਸ਼ ਦੇ ਵਿੱਚ, ਇੱਥੇ ਕਹਿੰਦੇ ਇਹ ਜਿਹੜੀ ਹੈ ਇਹ ਪਾਕਸ਼ਾਲ ਆ, ਵਿਸ਼ੇਸ਼ ਕਰਕੇ ਭਗਤੀ ਵਾਲਿਆਂ ਵਾਸਤੇ। ਤੁਸੀਂ ਦੇਖਿਆ ਹੋਣਾ ਕਿ ਪੱਛਮ ਵਿੱਚ ਭਾਵੇਂ ਪੈਸਾ ਜ਼ਿਆਦਾ, ਟੈਕਨੋਲੋਜੀ ਜ਼ਿਆਦਾ, ਪਰ ਉਹ ਸਾਡੇ ਮੁਕਾਬਲੇ ਉਹਨਾਂ ਕੋਲ ਅਧਿਆਤਮ ਨਹੀਂ। ਅਧਿਆਤਮ ਦਾ ਜਿੰਨਾ ਵੀ ਜ਼ਿਆਦਾ ਪ੍ਰਚਾਰ ਪ੍ਰਸਾਰ ਹੋਇਆ ਉਹ ਭਾਰਤ ਵਰਸ਼ ਦੇ ਵਿੱਚੋਂ ਹੋਇਆ, ਇੱਥੋਂ ਹੋਇਆ। ਅਤੇ ਇਹ ਇੱਕ ਹੱਬ, ਇੱਕ ਧੁਰਾ ਮੰਨੀ ਗਈ ਹੈ ਅਧਿਆਤਮ ਵਾਸਤੇ। ਜੇ ਕਹਿ ਦਈਏ ਇੱਕ ਜਿਹੜਾ ਮਕਾਨ ਹੁੰਦਾ ਹੈ, ਉਹਦੀ ਰਸੋਈ ਕਿਹੜੀ ਹੁੰਦੀ ਹੈ, ਜਿਹਦੇ ਸਾਰੇ ਪਦਾਰਥ ਬਣਦੇ, ਭੋਜਨ ਬਣਦੇ ਆ। ਸੰਸਾਰ ਦੀ ਰਸੋਈ ਭਾਰਤ ਵਰਸ਼ ਆ, ਅਤੇ ਉਹਦੇ ਵਿੱਚ ਵੀ ਪੰਜਾਬ ਜਿਹੜਾ ਹੈ ਵਿਸ਼ੇਸ਼ ਕਰਕੇ ਇਹ ਇੰਨੀ ਜਿਹੜੀ ਪਵਿੱਤਰ ਜਿਹੜੀ ਧਰਤੀ ਹੈ, ਇਹਦੇ ਜਾ ਦਿਨ ਆਇਆ ਬੀਜ ਦਿਸ ਤਿਆਗੀ ਭੂਸੁਰ ਪਿਤਰ। ਜਿਹੜੇ ਵੱਡੇ ਸਨ, ਦੇਵ ਲੋਕ ਬੈਠੇ ਹੋਏ ਸਨ ਭਗਤੀਆਂ ਕਰਨ ਵਾਲੇ, ਜਦੋਂ ਉਹਨਾਂ ਨੂੰ ਪਤਾ ਲੱਗਾ ਧਰਤੀ ਪਵਿੱਤਰ ਹੋ ਗਈ, ਤੰਬਾਕੂ ਆ ਗਿਆ ਇੱਥੇ, ਉਹਨਾਂ ਨੇ ਕਹਿੰਦੇ ਧਰਤੀ ਛੱਡ ਦਿੱਤੀ। ਫਿਰ ਉਹ ਕਹਿੰਦੇ ਹੁਣ ਨਹੀਂ ਰਹਿਣਾ, ਇਹ ਜਿਹੜੀ ਧਰਤੀ ਬੜੀ ਪਵਿੱਤਰ ਹੋ ਗਈ। ਸੋਈ ਨਿਜ ਕੇਸ਼ਵ ਕਹਿਓ ਸਾਚੀ ਤਿਆਗੀ ਮਿੱਤਰ। ਇਸੇ ਤਰ੍ਹਾਂ ਕਹਿੰਦੇ ਕੇਸ਼ਵ ਬ੍ਰਾਹਮਣ ਨੇ ਵੀ ਕਿਹਾ ਸੀ ਕਿ ਇਹ ਗੱਲ ਸੱਚੀ ਹੈ ਕਿ ਧਰਤੀ ਜਿਹੜੇ ਦੇਵਤਿਆਂ ਨੇ ਛੱਡ ਦਿੱਤੀ ਹੈ। ਤਾਂ ਤੇ ਹਮ ਸ਼ੋਰਿਓ ਸੁਨਿਓ ਕਹਿਓ ਸੰਗਤੀ ਬਰਜ। ਇਸੇ ਕਰਕੇ ਗੁਰਮੁਖੋ ਉਹਨਾਂ ਦੋਵਾਂ ਜਾਣੇ ਨੌਜਵਾਨਾਂ ਨੂੰ ਪਾਤਸ਼ਾਹ ਕਹਿੰਦੇ, ਇਸ ਕਰਕੇ ਇਹ ਜਗਤ ਜੂਠ ਜਿਹੜਾ ਤੰਬਾਕੂ ਹੈ ਨਾ, ਇਹ ਅਸੀਂ ਆਪਣੀਆਂ ਸਿੱਖ ਸੰਗਤਾਂ ਨੂੰ ਵਰਜਨ ਕਰ ਦਿੱਤਾ ਹੈ। ਕਥਾ ਇਹੀ ਵਰਣਨ ਕਰੀ ਦੁਖ ਕਲੰਕੀ ਖਰਜ। ਅਤੇ ਕਹਿੰਦੇ ਇਹ ਜਿਹੜੀ ਕਥਾ ਹੈ ਵਰਣਨ ਕੀਤੀ ਹੈ ਇਹ ਜਿਹੜੀ ਸੰਗਤਾਂ ਦੇ ਤਾਈਂ ਕਿ ਇਹ ਤੰਬਾਕੂ ਜਿਹੜਾ ਹੈ ਦੋਖੀ ਤੇ ਕਲੰਕਿਤ ਕਰਨ ਵਾਲਾ ਹੈ। ਇਹ ਸਾਡੇ ਜਾਤਕ ਨੂੰ ਖਾਰਜ ਕਰ ਦਿੰਦਾ ਹੈ। ਸੁਨੋ ਸਿੱਖ ਮਮ ਰਹਿਤ ਜੋ ਤਜਹੁ ਤਮਾਕੂ ਸੰਗ। ਜਿਹੜਾ ਭਾਈ ਰਹਿਤਵਾਨ ਸਿੱਖ ਆ ਉਹ ਸਾਡਾ ਤੰਬਾਕੂ ਦੇ ਨੇੜੇ ਨਾ ਜਾਵੇ। ਮਰਨ ਮਰੇ ਤੋ ਅਤ ਬਲੋ ਜਗਤ ਝੂਠ ਨਹਿ ਅੰਗ। ਮਰਨੀ ਮਰ ਜਾਵੇ ਪਰ ਇਹਨੂੰ ਕਦੇ ਆਪਣੇ ਸਰੀਰ ਨਾਲ ਛੋਹ ਨਾ ਦਵੇ। ਤਲਕ ਤਮਾਕੂ ਸੇਵੀਏ ਦੇਵ ਪਿਤਰ ਦਜ ਜਾਏ। ਤਲਕ ਥੋੜਾ ਜਿਹਾ ਤੰਬਾਕੂ ਵੀ ਕਹਿੰਦੇ ਖਾਣ ਦੇ ਨਾਲ ਜਿਹੜੇ
ਤੇ ਜਿਹੜੇ ਸਾਡੇ ਗੁਣ ਨੇ, ਸਾਡੇ ਅੰਦਰਲੇ ਨੇ, ਸਾਡੇ ਦੀ ਬਖਸ਼ਿਸ਼ ਆ, ਸਾਰਾ ਕੁਝ ਕਹਿੰਦੇ ਉਸੇ ਵੇਲੇ ਹੀ ਚਲਿਆ ਜਾਂਦਾ ਹੈ। पानी ताके हाथ को मदरा सम अगदाए। ਕਹਿੰਦੇ ਜੇ ਉਹ ਪਾਣੀ ਵੀ ਲਵੇ ਨਾ ਪੀਣ ਨੂੰ, ਉਹਦੇ ਹੱਥ ਦਾ ਦਿੱਤਾ ਹੋਇਆ ਪਾਣੀ, ਜਿਹੜਾ ਤੰਬਾਕੂ ਖਾਂਦਾ ਪੀਂਦਾ, ਉਹਦੇ ਹੱਥ ਦਾ ਕਹਿੰਦੇ ਪਾਣੀ ਵੀ ਜਿਹੜਾ ਫੜਿਆ ਹੋਇਆ ਉਹ ਸ਼ਰਾਬ ਦੀ ਨਿਆਈ ਹੈ। मदरा दहता शब्द कुल भंग दह तन एक। ਜਿਹੜਾ ਮਦਰਾ, ਜਿਹੜੀ ਸ਼ਰਾਬ ਆ, ਕਹਿੰਦੇ 7 ਜਨਮ ਕਹਿੰਦੇ ਸਾਡੇ ਨਾਸ਼ ਕਰ ਦਿੰਦੀ ਹੈ। 7 ਦਹਿਤਾ ਸਬਤ ਕੁੱਲ, 7 ਕੁੱਲਾਂ ਨਾਸ਼ ਹੁੰਦੀਆਂ ਨੇ ਸ਼ਰਾਬ ਪੀਣੇ ਕਰਕੇ। ਜੇ ਕੋਈ ਭੰਗ ਪੀਂਦਾ ਹੈ, ਪੁੱਠਾ ਪੀਂਦਾ ਹੈ, ਤੇ ਕਹਿੰਦੇ ਉਹਦਾ ਆ ਜਿਹੜਾ ਸਰੀਰ ਸੜ ਜਾਂਦਾ। ਭੰਗ ਪੀਣ ਵਾਲੇ ਉਹਨੂੰ ਕਿਤੇ ਸੁੱਧ ਬੁੱਧ ਰਹਿੰਦੀ, ਦਿਮਾਗ ਉਹਦਾ ਜਿਹੜਾ ਚਾਟ ਹੋ ਜਾਂਦਾ। ਇਸੇ ਤਰ੍ਹਾਂ ਹੀ ਜੇ ਕੋਈ ਸ਼ਰਾਬ ਪੀਂਦਾ ਹੈ, ਉਹਦੀਆਂ 7 ਕੁੱਲਾਂ ਨਾਸ਼ ਹੋ ਜਾਂਦੀਆਂ ਹਨ। शत कुल दहता जगत झूठ निंदा दह अनेक। 100 ਕੁੱਲਾਂ ਨਾਸ਼ ਕਰਦਾ ਹੈ ਤੰਬਾਕੂ। 100 ਕੁੱਲਾਂ ਆਉਣ ਵਾਲੀਆਂ ਜਾਂ ਪਿਛਲੀਆਂ ਕਹਿ ਲਈਏ ਕਿ ਇਹ ਨਾਸ਼ ਕਰ ਦਿੰਦਾ, ਗਿਣਤੀ 100 ਲਿਖੀ ਹੈ। ਤੇ ਜਿਹੜੀ ਨਿੰਦਿਆ ਹੈ, ਨਿੰਦਿਆ ਦਾ ਕਹਿੰਦੇ ਕੋਈ ਪਤਾ ਨਹੀਂ ਕਿੰਨੀਆਂ ਕੁੱਲਾਂ ਨਾਸ਼ ਹੋ ਜਾਂਦੀਆਂ। ਨਿੰਦਾ ਦਹਿ ਅਨੇਕ, ਜਿਹੜਾ ਨਿੰਦਕ ਆ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਾ ਨਿੰਦਕਾ ਨਰਕੇ ਘੂਰ ਸਵਨ। ਨਿੰਦਿਆ ਤੋਂ ਕਹਿੰਦੇ ਪਰਾਂ ਕਰ ਲਵੇ ਆਪਣੇ ਆਪ ਨੂੰ, ਨਿੰਦਿਆ ਨਾ ਕਰੇ, ਚੁਗਲੀ ਨਾ ਕਰੇ। ਜੇ ਕੋਈ ਐਸਾ ਜਿਹੜਾ ਜੀਵਨ ਹੈ ਕਰਦਾ, ਕਹਿੰਦੇ ਉਹਦੇ ਤਾਂ ਪਤਾ ਨਹੀਂ ਕਿੰਨੇ ਕੁੱਲ ਜਿਹੜੇ ਨਾਸ਼ ਹੋ ਜਾਂਦੇ ਨੇ, ਉਹਦਾ ਜਪ ਤਪ ਖਤਮ ਹੋ ਜਾਂਦਾ ਹੈ। तजै तमाकू मनुख कल उदरिया दर परवान। ਤੇ ਜਿਹੜਾ ਭਾਈ ਕਲਯੁਗ ਵਿੱਚ ਤੰਬਾਕੂ ਛੱਡ ਦਿੰਦਾ ਹੈ, ਸਾਈਂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। पूरी परी तिस भावना सफल कमाई मान। ਤੇ ਕਹਿੰਦੇ ਹੁਣ ਜੇ ਆਪਾਂ ਫਿਰ ਇਹਦੇ ਤੇ ਵਿਚਾਰ ਕਰੀਏ ਸੰਗਤ ਜੀ, ਵੀ ਕਈ ਕਹਿੰਦੇ ਨੇ ਉਹ ਚਿਲਮਾਂ ਵੀ ਪੀਤੀ ਜਾਂਦੇ ਨੇ, ਉਹ ਬੀੜੀਆਂ ਵੀ ਪੀਤੀ ਜਾਂਦੇ ਨੇ, ਸਿਗਰਟਾਂ ਵੀ ਪੀਤੀ ਜਾਂਦੇ ਨੇ। ਉਹ ਆਂਦੇ ਵੀ ਅਸੀਂ ਤਾਂ ਦਰਵੇਸ਼ ਹਾਂ, ਅਸੀਂ ਤਾਂ ਫੱਕਰ ਹਾਂ, ਅਸੀਂ ਫਕੀਰ ਹਾਂ। ਇਵੇਂ ਫਿਰ ਕਿਵੇਂ ਹੋ ਸਕਦਾ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦੇ ਤੇ 100 ਕੁੱਲ ਹੀ ਨਾਸ਼ ਹੋ ਜਾਂਦੀ ਤੰਬਾਕੂ ਪੀਣ ਵਾਲੇ। ਉਹ ਇਹ ਸਮਝਣ ਵਾਲੀਆਂ ਗੱਲਾਂ ਨੇ। ਇਹ ਸਰੀਰ ਸਤਿਗੁਰਾਂ ਨੇ ਹਰਮੰਦਰ ਆਖਿਆ, ਇਹ ਗੁਰਦੁਆਰਾ ਕਹਿੰਦੇ, ਇਹਦੇ ਵਿੱਚ ਤੂੰ ਸੋਚ ਸਮਝ ਕੇ ਜਾ। ਭਾਵ ਕਿ ਇਹਦੇ ਵਿੱਚ ਜਿਹੜੀ ਵੀ ਚੀਜ਼ ਪਾਉਣੀ ਹੈ ਸੋਚ ਸਮਝ ਕੇ, ਵੀ ਇਹ ਅਕਾਲ ਪੁਰਖ ਦੁਆਰਾ ਦਿੱਤਾ ਹੋਇਆ ਇੱਕ ਘਰ ਆ, ਜਿਹਦੇ ਵਿੱਚ ਬੈਠ ਕੇ ਤੂੰ ਬੰਦਗੀ ਕਰਨੀ। ਕਿਉਂਕਿ ਜਦੋਂ ਸਰੀਰ ਨਹੀਂ ਸਾਡੇ ਕੋਲ, ਉਹਨਾਂ ਚਿਰ ਤੇ ਇਹ ਬੰਦਗੀ ਕਰ ਨਹੀਂ ਸਕਦੇ, ਕੋਈ ਕੰਮ ਵੀ ਨਹੀਂ ਕਰ ਸਕਦੇ। ਤੇ ਜਦੋਂ ਪਹਿਲਾਂ ਸਰੀਰ ਮੰਗਦਾ ਰਿਹਾ, ਮੈਨੂੰ ਸਰੀਰ ਮਿਲੇ, ਜਦੋਂ ਸਰੀਰ ਮਿਲ ਗਿਆ ਕਹਿੰਦੇ ਉਦੋਂ ਹੋਰ ਹੀ ਕੰਮ ਕਰਨ ਲੱਗ ਪਿਆ, ਬੰਦਗੀ ਵਾਲੇ ਪਾਸੇ ਗਿਆ ਹੀ। ਸੋ ਇਹਦੇ ਵਿੱਚ ਕਹਿੰਦੇ ਜੋ ਕੁਝ ਵੀ ਆਇਆ ਉਹ ਪਾ ਦਿੱਤਾ, ਨਸ਼ਾ ਪਾ ਦਿੱਤਾ, ਤੰਬਾਕੂ ਪਾ ਦਿੱਤਾ, ਤੇ ਫਿਰ ਤੇ ਕਹਿੰਦੇ ਹਰਮੰਦਰ ਥੋੜਾ ਰਹਿ ਗਿਆ, ਇਹ ਗੁਰਦੁਆਰਾ ਥੋੜਾ ਰਹਿ ਗਿਆ। ਇਹ ਸਰੀਰ ਵੀ ਗੁਰਦੁਆਰਾ ਬਣ ਜਾਂਦਾ ਹੈ, ਮੰਦਰ ਬਣ ਜਾਂਦਾ ਹੈ, ਮਸੀਤ ਬਣ ਜਾਂਦਾ ਹੈ, ਜਿਹਦੇ ਅੰਦਰ ਨਾਮ ਚੱਲਦਾ। ਜਿਹੜੇ ਸਰੀਰ ਦਾ ਮੁੱਖ ਜਿਹੜਾ ਹੈ ਉਹ ਜੀਵ ਨਾਮ ਜਪਦੀ, ਅੰਦਰ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ, ਅੱਲਾ ਅੱਲਾ ਕਰਦਾ, ਰਾਮ ਰਾਮ ਕਰਦਾ ਹੈ, ਉਹ ਗੁਰਦੁਆਰੇ ਮਨਿੰਦ ਹੋ ਜਾਂਦਾ ਹੈ, ਉਹ ਸਰੀਰ ਪੂਜਣੇ ਯੋਗ ਹੋ ਜਾਂਦਾ ਹੈ। ਇਸ ਕਰਕੇ ਗੁਰਮੁਖੋ ਕਹਿੰਦੇ ਪੂਰੀ ਪਰੀ ਸੁਭਾਵਨਾ ਸਫਲ ਕਮਾਈ ਮਾਣ। ਜੇ ਕੋਈ ਉਹ ਬੰਦਗੀ ਕਰਨ ਵਾਲਾ ਹੈ, ਇਹਨਾਂ ਚੀਜ਼ਾਂ ਤੋਂ ਪਰੇ ਹੋ ਜਾਂਦਾ ਹੈ, ਸਾਰੀਆਂ ਨੌ ਦੀ ਕਮਾਈ ਜਿਹੜੀ ਸਫਲ ਹੋ ਜਾਂਦੀ ਹੈ। शास्त्र अखाज याको कह अपिया मद। ਇਸ ਤਰ੍ਹਾਂ ਗੁਰਮੁਖੋ ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ, ਸ਼ਾਸਤਰ ਆਦਿਕ, ਜਿਸ ਪਦਾਰਥ ਨੂੰ ਖਾਜ ਕਹਿੰਦੇ ਨੇ, ਪਰ ਨਾ ਖਾਣੇ ਯੋਗ ਆ, ਕਈ ਤੂੰ ਨਾ ਖਾ, ਤੂੰ ਕਿਉਂ ਖਾਂਦਾ? ਤੇ ਜਿਹੜੀ ਚੀਜ਼ ਨੂੰ ਕਹਿੰਦੇ ਵੀ ਇਹ ਪੀਣੇ ਯੋਗ ਨਹੀਂ, ਜਿਹੜੀ ਸ਼ਰਾਬ, ਉਹ ਵੀ ਨਾ ਪੀ, ਤੂੰ ਉਹਦਾ ਸੇਵਨ ਨਾ ਕਰ। निंदा कह ए नीचनी पुरख कसंग कबुद्ध। ਤੇ ਜਿਹੜਾ ਵੀ ਭਾਈ ਕੁਸੰਗੀ ਪੁਰਖ ਦਾ ਸੰਗ, ਇਹ ਵੀ ਮੂਰਖਤਾ ਹੈ। ਤੇ ਕੁਸੰਗ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। घोड़ी चढ़ना खतर का
ਪਿਪਰ ਚੜੈ ਜੋ ਬੈਲ। ਘੋੜੀ ਚੜ੍ਹਨ ਦੇ ਬਾਬਤ ਭਾਵ ਕਿ ਸਵਾਰੀ ਜਿਵੇਂ ਕਰਦੇ ਨੇ, ਪਹਿਲਾਂ ਜਿਵੇਂ ਘੋੜੇ ਤੇ ਘੋੜੀਆਂ ਰੱਖੀਆਂ ਹੁੰਦੀਆਂ ਸਨ ਸਵਾਰੀ ਕਰਨ ਵਾਸਤੇ, ਕਹਿੰਦੇ ਕਿ ਗਰਭ ਧਾਰਨ ਕੀਤਾ ਹੋਇਆ ਘੋੜੀ ਨੂੰ ਭਾਈ ਉਹਦੀ ਵੀ ਸਵਾਰੀ ਨਹੀਂ ਕਰਨੀ ਚਾਹੀਦੀ। ਪੇਪਰ ਚੜ੍ਹੇ ਜੋ ਬੈਲ, ਤੇ ਕਹਿੰਦੇ ਬੈਲ ਦੀ ਸਵਾਰੀ ਵੀ ਨਾ ਕਰੇ। ਘੋੜ ਚੜੇ ਸਨ ਸਤ ਜੋ ਨਾਰੀ ਪੁਰਖਨ ਖੇਲ। ਸੰਨਿਆਸੀ ਨੂੰ ਵੀ ਕਹਿੰਦੇ ਘੋੜੇ ਦੀ ਜਿਹੜੀ ਸਵਾਰੀ ਉਹ ਸੋਭਦੀ ਨਹੀਂ। ਸੰਨਿਆਸੀ ਜਿਹੜਾ ਹੋ ਗਿਆ ਦੀਪ ਦੁਨੀਆ ਤੋਂ ਪ੍ਰਾਣ ਹੋ ਗਿਆ। ਫਿਰ ਕਹਿੰਦੇ ਜਿਹੜੀ ਇਸਤਰੀ ਹੈ ਕਿ ਚਾਰ ਜਿਹੜੇ ਮਨੁੱਖ ਖੇਡਦੇ ਪਏ ਹੁਣ, ਕੋਈ ਗੇਮ ਹੈ ਖਿਲਾ ਲਓ ਜਾਂ ਕੁਛ ਆ ਕਿਤੇ ਬੈਠੇ ਹੋਣ, ਕਹਿੰਦੇ ਇਸਤਰੀ ਦਾ ਫਰਜ਼ ਨਹੀਂ ਬਣਦਾ ਉਹਨਾਂ ਨੂੰ ਜਾ ਕੇ ਬੈਠਣਾ, ਇਕੱਲੀ ਇਸਤਰੀ ਨੂੰ ਨਹੀਂ ਬੈਠਣਾ ਚਾਹੀਦਾ। ਪੰਡਤ ਈਰਖਾਵਾਨ ਜੋ ਸ਼ੂਦਰ ਪਛ ਮਹਿ ਬਿਪਰ। ਜਿਹੜਾ ਪੰਡਤ ਹੈ ਵਿਦਵਾਨ ਹੈ ਕਹਿੰਦੇ ਉਹਦੇ ਵਿੱਚ ਈਰਖਾ ਨਹੀਂ ਹੋਣੀ ਚਾਹੀਦੀ, ਨਹੀਂ ਤੇ ਉਹਦਾ ਜਿਹੜਾ ਗੁਣ ਆ ਉਹਨੂੰ ਈਰਖਾ ਨਹੀਂ ਜਾਏਗੀ, ਖਾ ਜਾਏਗੀ। ਹੰਕਾਰ ਮੋਮੇ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ। ਜਿਵੇਂ ਜਿਵੇਂ ਰੁੱਖ ਨੂੰ ਫਲ ਲੱਗਦਾ ਜਿਵੇਂ ਉਵੇਂ ਝੁਕ ਜਾਂਦਾ ਹੈ, ਜਿਵੇਂ ਜਿਵੇਂ ਗੁਣ ਆਉਂਦਾ ਹੈ ਉਵੇਂ ਕਹਿੰਦੇ ਸਾਡਾ ਜੀਵਨ ਝੁਕਣਾ ਚਾਹੀਦਾ, ਨਿਮਰਤਾ ਹੋਣੀ ਚਾਹੀਦੀ, ਨਿਮਾਣਾ ਹੋਣਾ ਚਾਹੀਦਾ। ਜਿਹੜਾ ਇਹੋ ਜਿਹਾ ਪੰਡਤ ਹੈ ਵਿਦਵਾਨ ਹੈ ਗਿਆਨੀ ਹੈ ਜਿਹਦੇ ਅੰਦਰ ਈਰਖਾ ਭਰੀ ਹੋਵੇ, ਜਿਹੜਾ ਆਪਣੀ ਵਿਦਵਤਾ ਦਾ ਮਾਣ ਕਰਦਾ ਹੋਵੇ, ਉਹ ਵੀ ਕਹਿੰਦੇ ਮੂਰਖ ਹੈ। ਰਾਜਾ ਹੋਏ ਵੱਡੀ ਲਏ ਮਤ ਸਰ ਗਿਆਨੀ ਖਿਪਰ। ਤੇ ਗਿਆਨੀ ਜਿਹੜਾ ਈਰਖਾ ਵਿੱਚ ਰਹਿੰਦਾ ਹੈ ਤੇ ਰਾਜਾ ਵੱਢੀ ਲਈ ਜਾਵੇ, ਜਿਹੜਾ ਮਾਲਕ ਹੈ ਪਰਜਾ ਦਾ ਉਹ ਵੀ ਵੱਢੀ ਲਵੇ, ਕਹਿੰਦੇ ਉਹ ਵੀ ਉਹਦੇ ਵਾਸਤੇ ਗਲਤ ਹੈ। ਕੰਨਿਆ ਜਾਰੀ ਬ੍ਰਿਧ ਕਾਮ ਬਹੁ ਨਾਰੀ ਪਰ ਸੰਗ। ਇਸੇ ਤਰ੍ਹਾਂ ਹੀ ਕਹਿੰਦੇ ਪਰ ਇਸਤਰੀ ਦਾ ਸੰਗ ਤੇ ਪਰ ਇਸਤਰੀ ਦੇ ਨਾਲ ਮਿੱਤਰਤਾ ਕਰਨੀ, ਉਹ ਵੀ ਸਾਡਾ ਜਿਹੜਾ ਜਨਮ ਹੈ ਉਹਨੂੰ ਨਾਸ਼ ਕਰ ਦਿੰਦਾ, ਨਰਕਾਂ ਦਾ ਭਾਗੀ ਬਣਾਉਂਦਾ ਹੈ। ਵਿਆਹ ਦਾਮ ਦੇ ਖਰ ਵੀਰ ਜਿਲੈ ਬੈਲ ਨਿਸਿੰਪਕ ਭੰਗ। ਇਸੇ ਤਰ੍ਹਾਂ ਹੀ ਜਿਹੜਾ ਵਿਆਹ ਹੈ ਭਾਈ ਕਈ ਵਾਰੀ ਕਹਿੰਦੇ ਦਾਮ ਲੈ ਕੇ ਕਰਦਾ, ਤੇ ਪਹਿਲਾਂ ਜਿਵੇਂ ਇਸ ਤਰ੍ਹਾਂ ਕੀਤਾ ਜਾਂਦਾ ਸੀ, ਜਾਂ ਕਹਿ ਲਈਏ ਕਿ ਲਾਲਚੀ ਬੰਦਾ ਇਸ ਤਰ੍ਹਾਂ ਕਰਦਾ, ਆਪਣੇ ਬੱਚਿਆਂ ਦੇ ਪੈਸੇ ਵਟ ਲੈਂਦਾ ਹੈ, ਆਪਣੇ ਪੁੱਤਰ ਦੇ ਧੀ ਦੇ ਮਾਇਆ ਲੈ ਲਈ ਉਹ ਵਿਆਹ ਕਰਨਾ, ਉਹ ਵੀ ਕਹਿੰਦੇ ਸਿੱਖ ਵਾਸਤੇ ਬੜਾ ਮਾੜਾ ਹੈ। ਤੇਨ ਲਾਦ ਪਰ ਬਸਤਰ ਲੈ ਉਚਵ ਭੋਗ ਕੁਲ ਰੀਤ। ਇਸੇ ਤਰ੍ਹਾਂ ਹੀ ਗਾਂ ਦੇ ਉੱਤੇ ਕਹਿੰਦੇ ਵਜਨ ਲੱਦ ਦੇਵੇ ਕੋਈ, ਉਹ ਵੀ ਮੂਰਖ ਬੰਦਾ। ਗਊ ਦਾ ਸਤਿਕਾਰ ਕਰੇ, ਜਿਹਦੇ ਤੋਂ ਆਪਾਂ ਖੜ ਖਾਵਾ ਅੰਮ੍ਰਿਤ ਦੇ, ਜਿਹੜੇ ਪਸ਼ੂ ਨੇ ਦੁੱਧ ਦੇਣਾ ਉਹਨੂੰ ਕਹਿੰਦੇ ਕੰਮ ਵਾਸਤੇ ਵੀ ਜੋੜੀ ਰੱਖੇ, ਉਹ ਵੀ ਮਾੜਾ ਮੂਰਖ ਬੰਦਾ। ਤੇ ਫਿਰ ਕਹਿੰਦੇ ਪਾਰ ਬਸਤਰ ਲੈ, ਆਪਣਾ ਲੀੜਾ ਕੱਪੜਾ ਜੋ ਮਹਾਰਾਜ ਨੇ ਦਿੱਤਾ ਇਹੀ ਲਵੇ, ਜੋ ਦਸਤਾਰ ਆ, ਜੋ ਆਪਣਾ ਪਹਿਰਾਵਾ ਹੈ, ਜੋ ਮਹਾਰਾਜ ਨੇ ਦਿੱਤਾ ਸਾਨੂੰ ਸਾਡੀ ਸੰਪत्ति ਦੇ ਵਿੱਚੋਂ ਉਹੀ ਪਹਿਰੇ। ਕਈ ਵਾਰੀ ਕੀ ਹੁੰਦਾ ਕਹਿੰਦਾ ਲਿਆਈ ਮੈਨੂੰ ਜੁੱਤੀ ਦੇ ਦੇ, ਮੈਂ ਵਿਆਹ ਵੇਖਣ ਜਾਣਾ, ਮੈਨੂੰ ਕੱਪੜੇ ਦੇ ਦੇ, ਮੈਨੂੰ ਪੱਗ ਦੇ ਦੇ। ਕਹਿੰਦੇ ਆਪਣਾ ਜਿਹੜਾ ਵਸਤਰ ਹੈ ਉਹੀ ਧਾਰਨ ਕਰਨਾ ਹੈ, ਪਰ ਆਇਆ ਵਸਤਰ ਨਹੀਂ ਕਦੇ ਪਾਉਣਾ। ਬਲਕਿ ਦਰ ਪਾਤਸ਼ਾਹ ਸਿੱਖ ਨੂੰ ਉਪਦੇਸ਼ ਦਿੰਦੇ, ਕਹਿੰਦੇ ਧਾਨ ਲੈ ਤੇ ਪਰ ਵਸਤਰ ਲੈ ਉਚਿਸ਼ਟ ਭੋਗ। ਫਿਰ ਇਸੇ ਤਰ੍ਹਾਂ ਹੀ ਜਿਹੜਾ ਉਚਿਸ਼ਟ ਭੋਗ ਹੈ, ਜਿਹੜਾ ਝੂਠਾ ਖਾਣਾ, ਝੂਠ ਖਾਧੀ ਜਾਣੀ, ਬਹੁਤੇ ਘਰਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਕੋਲ ਗੁਰਸਿੱਖੀ ਨਹੀਂ ਧਾਰਨ ਕੀਤੀ ਹੋਈ ਵੇਖਿਆ, ਉਹ ਪ੍ਰਸ਼ਾਦਾ ਪੈ ਕੇ ਆਏਗਾ ਥਾਲ ਦੇ ਵਿੱਚ, ਉਹ ਅੱਧਾ ਕੁ ਛਕ ਲੈਣਗੇ, ਅੱਧਾ ਕੁ ਛੱਡ ਦੇਣਗੇ। ਉਹ ਨਰਾਦਰ ਹੈ ਅੰਨ ਦਾ, ਅਨਾਜ ਦਾ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਰੂਣ ਪੰਜਵਾਂ ਪਾਇਆ ਕ੍ਰਿਤ ਨਾ ਹੋਆ ਪਾਕ ਵੇਤ। ਵੇਖੋ ਇਹ ਦੇਵਤੇ ਨੇ, ਜਦੋਂ ਅਸੀਂ ਜਿੰਨਾ ਕੁ ਅਸੀਂ ਖਾਣਾ ਉਹਨਾਂ ਕੋ ਲਓ ਭਾਈ, ਜੇ ਦੋ ਪ੍ਰਸ਼ਾਦਿਆਂ ਦੀ ਭੁੱਖ ਦੋ ਪ੍ਰਸ਼ਾਦੇ ਥਾਲ 'ਚ ਰੱਖਣਾ, ਥੋੜ੍ਹੀ ਸਬਜ਼ੀ ਖਾਣੀ, ਦਾਲ ਖਾਣੀ, ਥੋੜ੍ਹੀ ਪਵਾ ਲੈ, ਨਹੀਂ ਖਾ ਸਕਦਾ। ਇੱਥੋਂ ਤੱਕ ਗੁਰਮੁਖੋ ਕਈਆਂ ਗੁਰਮੁਖਾਂ ਦਾ ਜਿਹੜਾ ਨਿਯਮ ਵੇਖਿਆ ਹੈ, ਚਲੋ ਆਪਣੇ ਆਪ ਸ਼ਰਧਾ ਭਾਈ ਜਿੰਨੀ ਕੁ ਬਣਾ ਲਏ, ਇਹਨੂੰ ਵੀ ਕੋਈ ਮਨ ਮਤ ਦੇ ਵਿੱਚ ਲੈ ਜਾਏਗਾ ਵੀ ਇਹ ਵੀ ਬ੍ਰਾਹਮਣੀ ਕਰਮ ਨੇ। ਨਹੀਂ, ਉਹਨਾਂ ਨੇ ਸਾਰਾ ਪ੍ਰਸ਼ਾਦਾ, ਜਿਵੇਂ 3 ਪ੍ਰਸ਼ਾਦੇ ਖਾਣੇ ਆ ਤੇ 2.5 ਪ੍ਰਸ਼ਾਦੇ ਉਹਨਾਂ ਨੇ ਦਾਲ ਸਬਜ਼ੀ ਸਾਰੀ ਖਾ ਲੈਣੀ। ਅੱਧਾ ਪ੍ਰਸ਼ਾਦਾ ਜਿਹੜਾ ਬਚਦਾ ਹੈ
ਉਹਨਾਂ ਉਸ ਬੁਰਕੀਆਂ ਦੇ ਨਾਲ ਵੀ ਉਹ ਸਾਰੀ ਜਿਹੜੇ ਜੂਠ ਆ ਉਹ ਵੀ ਛਕ ਲੈਣੇ ਆਪਣੇ ਥਾਲੀ ਦੇ ਵਿੱਚ ਕਿਣਕਾ ਭਰ ਵੀ ਜੂਠ ਨਹੀਂ ਛੱਡਦੇ ਤੇ ਕਈ ਦੇ ਕੌਲੀਆਂ ਦੀਆਂ ਕੌਲੀਆਂ ਛੱਡੀ ਜਾਂਦੇ ਕਿੰਨਾ ਪਾਪ ਲੱਗਦਾ ਇਹ ਅਨਾਜ ਦਾ ਜਿਹੜਾ ਅਨਾਦਰ ਨਹੀਂ ਬੇਇੱਜ਼ਤੀ ਨਹੀਂ ਅਨਾਜ ਦੀ ਤੇ ਉਹ ਕਹਿਣ ਲੱਗੇ ਅਨਾਜ ਜਿਹੜਾ ਹੈ ਉਹ ਵੀ ਜੂਠਾ ਨਹੀਂ ਖਾਣਾ ਤੇ ਜੂਠਾ ਛੱਡਣਾ ਨਹੀਂ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਗੁਰਮਤ ਦੇ ਵਿਰੁੱਧ ਜਿਹੜੀਆਂ ਰੀਤੀਆਂ ਨੇ ਉਹ ਨਹੀਂ ਕਰਨੀਆਂ। ਲੋਕ ਲੱਜਿਆ ਕਹਿੰਦੇ ਵੀ ਕਰਨਾ ਹੀ ਪੈਣਾ ਜੀ ਸਾਨੂੰ ਹੁਣ ਲੋਕ ਕੀ ਕਹਿਣਗੇ। ਸਿੱਖ ਨੇ ਇਹਨਾਂ ਵਿੱਚ ਨਹੀਂ ਆਉਣਾ, ਗੁਰਸਿੱਖੀ ਅਨੁਸਾਰ ਹੀ ਆਪਣੇ ਸਾਰੇ ਕਾਰਜ ਕਰਨੇ ਹਨ। ਸੋ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਜੀਵ ਜੀਵ ਕਾ ਆਪ ਹਰੇ ਚੁਗਲੀ ਤੋਰੇ ਪ੍ਰੀਤ। ਸੋ ਜਿਹੜੀ ਚੁਗਲੀ ਕਰਨੀ ਤੇ ਚੁਗਲੀ ਕਰਕੇ ਜੀਵਾਂ ਦੀ ਉਪਜੀਵਕਾ ਰੋਜੀ ਮਾਰੇ, ਚੁਗਲੀ ਕਰਕੇ ਤੇ ਕਿਸੇ ਦਾ ਜਾ ਕੇ ਕੋਈ ਵਿਚਾਰਾ ਪ੍ਰਸ਼ਾਦਾ ਪਾਣੀ ਛਕਦਾ ਪਿਆ ਕਿਤੇ ਕੋਈ ਨਿੱਕੀ ਮੋਟੀ ਨੌਕਰੀ ਤੇ ਲੱਗਾ ਉਹਦੇ ਜਾ ਕੇ ਮਾਲਕ ਨੂੰ ਜਾ ਕੇ ਚੁੱਕੀ ਜਾਣਾ ਚੁਗਲੀਆਂ ਕਰੀ ਜਾਣੀਆਂ ਕਿ ਇਹਦਾ ਤੇਰਾ ਮਾੜਾ ਇਹਦਾ ਕੰਮ ਕਰਦਾ ਇਹਨੇ ਭਜਾ ਦੇ ਕੰਮ ਤੋਂ। ਉਹ ਇਹੋ ਜਿਹੀਆਂ ਗੱਲਾਂ ਕਰਨੀਆਂ ਚੁਗਲੀ ਮਾਰ ਕੇ ਕਿਸੇ ਦੀ ਜੀਵ ਜੀਵਕਾ ਖੋਹ ਲੈਣੀ ਕਿਹੜੀ ਮਾੜੀ ਗੱਲ ਹੈ। ਕਿਸੇ ਦੇ ਢਿੱਡ ਤੇ ਲੱਤ ਮਾਰਨੀ ਤੇ ਸਤਿਗੁਰੂ ਜੀ ਕਹਿੰਦੇ ਉਹ ਬੰਦਾ ਦੁਸ਼ਟ ਹੈ, ਉਹ ਸਿੱਖ ਨਹੀਂ ਹੋ ਸਕਦਾ। ਤੋ ਇਹਨਾਂ ਗੱਲਾਂ ਤੋਂ ਸੰਕੋਚ ਕਰਨਾ। ਹੋਰ ਵੀ ਅੱਗੇ ਜਿਹੜੀ ਸੰਕੋਚ ਵਾਲੀਆਂ ਗੱਲਾਂ ਦੱਸਣਗੇ ਕੱਲ੍ਹ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕਰਾਂਗੇ। ਕੋਈਆਂ ਬਿਰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ ਜੀ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਉਂ ਆਇਆ ਜੀ। ਸਤਿਗੁਰੂ ਜੀ ਮਿਹਰਾਮ ਕਰਨ ਸਾਨੂੰ ਗੁਰਸਿੱਖੀ ਦੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਦਰ ਜਨਤ ਨਿਹਾਲ ਕਰਨ। ਅਰਦਾਸ ਕਰਿਓ ਦੇਵ ਸਜਣ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਲੇਖਾ ਕਰਦੇ ਨੇ ਛੋਟੀਆਂ ਖਿਨ ਖਿਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।